ਸਾਰੀਆਂ ਸੰਗਤਾਂ ਦੋਏ ਹੱਥ ਜੋੜ ਸਾਵਧਾਨ ਇਕਾਗਰ ਚਿਤ ਹੋ ਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪ੍ਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਗਰੀਬ ਨਵਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਨਮਾਜੀ ਸਾਧ ਸੰਗਤ ਜੋ ਦੋ ਰੋਜ਼ਾ ਦੀਵਾਨ ਇਸ ਨਗਰ ਨੂੰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਜਿਹਦੇ ਵਿੱਚ ਸੇਵਾ ਨਿਸ਼ਕਾਮ ਕੀਰਤਨੀ ਜਥੇ ਨੂੰ ਬਖਸ਼ੀ ਗਈ। ਅੱਜ ਦੂਸਰਾ ਦੀਵਾਨ ਹੈ। ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ, ਆਪ ਜੀ ਦੇ ਆਪਣੇ ਘਰਾਂ ਦੇ ਕੰਮਕਾਰ ਸੰਕੋਚਦੇ ਹੋਏ ਆਪਣੇ ਜੀਵਨ ਦੇ ਖਾਸ ਲਕਸ਼ ਨੂੰ ਪ੍ਰਾਪਤ ਹੋਣ ਲਈ ਦੂਰ ਦਰਾਡਿਓਂ ਚੱਲ ਕੇ ਇਲਾਕੇ ਦੀ ਸੰਗਤ ਗੁਰੂ ਕੇ ਦੀਵਾਨ ਪੰਡਾਲ ਵਿੱਚ ਹਾਜ਼ਰ ਸਵਾਇਮਾਨ ਹੋ ਕੀਰਤਨੀ ਜਥੇ ਵੱਲੋਂ ਕੀਰਤਨ ਦੀ ਸੇਵਾ ਨਿਭਾਈ ਜਾ ਰਹੀ ਹੈ। ਉਸ ਕੀਰਤਨ ਨੂੰ ਪ੍ਰੋਜੈਕਟਰ ਰਾਹੀਂ ਇੱਕ ਸਾਈਡ ਤੇ ਭੇਜ ਕੇ ਯਤਨ ਕੀਤਾ ਜਾ ਰਿਹਾ ਹੈ ਕਿ ਆਪ ਜੀ ਨੂੰ ਗੁਰਬਾਣੀ ਦੇ ਅਰਥ ਬੋਧ ਦਾ ਪਤਾ ਲੱਗੇ ਕਿ ਗੁਰਬਾਣੀ 'ਚ ਸੰਦੇਸ਼ ਕੀ ਦਿੱਤਾ ਹੋਇਆ। ਬੇਸ਼ੱਕ ਉਹ ਅਰਥ ਕਿਸੇ ਵਿਦਵਾਨ ਦੇ ਨੇ ਕੀਤੇ ਹੋਏ, ਇਹ ਜਿਹੜੀ ਅੰਦਰ ਉਤਰਦੀ ਹੈ ਉਹਨੂੰ ਹੀ ਪਤਾ ਉਸ ਟਾਈਮ ਦਾ ਕੀ ਮਾਹੌਲ ਹੈ, ਕੀ ਉਸ ਟਾਈਮ ਦੀ ਸਥਿਤੀ ਹੈ, ਉਹਨਾਂ ਦੇ ਅੰਦਰ ਦੀ ਕੀ ਸਥਿਤੀ ਹੈ, ਇਹ ਉਹਨਾਂ ਨਾਲ ਸਮਝੇ। ਪਰ ਫਿਰ ਵੀ ਉਸ ਨੂੰ ਅਸੀਂ ਨਾ ਕੁਝ ਥੋੜ੍ਹਾ ਸੰਖੇਪ ਕਰਕੇ, ਕਿਉਂਕਿ ਕਈ ਸ਼ਬਦ ਐਸੇ ਨੇ ਜਿਹੜੇ ਬਹੁਤ ਔਖੇ ਨੇ, ਆਮ ਬੰਦਿਆਂ ਨੂੰ ਪਤਾ ਨਹੀਂ ਲੱਗਦਾ। ਬੇਸ਼ੱਕ ਲਿਪੀ ਗੁਰਮੁਖੀ ਵਰਤੀ ਹੋਈ ਹੈ, ਇਸ ਕਰਕੇ ਉਹ ਅਜੋਕੇ ਸਮੇਂ ਦੀ ਸਹੂਲਤ, ਅਜੋਕੇ ਸਮੇਂ ਦੀ ਇੱਕ ਸਹੂਲਤ ਹੈ ਕਿ ਪਹਿਲਾਂ ਕੋਈ ਆ ਸਪੀਕਰ ਨਹੀਂ ਸੀ ਹੁੰਦੇ। ਇੱਕ ਖੁੱਲ੍ਹੇ ਪੰਡਾਲ ਵਿੱਚ ਥੋੜ੍ਹੀ ਬਹੁਤ ਸੰਗਤ ਇਕੱਲੇ ਆਪਣੇ ਗਲੇ ਤੋਂ ਹੀ ਜ਼ੋਰ ਲਾ ਕੇ ਲੋਕਾਂ ਤੱਕ ਕੋਈ ਆਵਾਜ਼ ਪਹੁੰਚਾਉਂਦੇ ਸਨ। ਆਹ ਚੀਜ਼ ਨਹੀਂ ਸੀ। ਇਹ ਵੀ ਇੱਕ ਸਹੂਲਤ ਹੈ ਕਿ ਅਸੀਂ ਇੱਥੇ ਬੈਠ ਕੇ ਤਕਰੀਬਨ 2-2 ਕਿਲੋਮੀਟਰ ਤੱਕ ਇਹ ਆਵਾਜ਼ ਨੂੰ ਭੇਜ ਸਕਦੇ ਹਾਂ। ਇਹ ਵੀ ਇੱਕ ਸਹੂਲਤ ਹੈ ਕਿ ਆਹ ਜਿਹੜੀਆਂ ਦੋ ਅੱਗੇ ਮਸ਼ੀਨਾਂ ਜਿਹੀਆਂ ਲਾਈਆਂ, ਇਹਨਾਂ ਵਿੱਚ ਸਾਰੀ ਦੁਨੀਆ ਵਿੱਚ ਤੁਹਾਡੀ ਇਹ ਵਿਚਾਰਧਾਰਾ, ਤੁਹਾਡਾ ਕੀਰਤਨ ਜਿਹਨੂੰ ਲੋੜ ਹੈ ਉਹ ਕਿਤੇ ਵੀ ਬਹਿ ਕੇ ਸੁਣ ਸਕਦਾ। ਇਹ ਵੀ ਸਮੇਂ ਦੀ ਲੋੜ ਹੈ, ਇਹ ਵੀ ਸਹੂਲਤ ਹੈ। ਜੇ ਕਿਸੇ ਕੋਲ ਨਹੀਂ ਵਹੀਕਲ, ਨਹੀਂ ਸੰਗਤ ਵਿੱਚ ਆ ਸਕਦਾ, ਤੇ ਤਕਰੀਬਨ ਸਾਰਿਆਂ ਕੋਲ ਮੋਬਾਈਲਾਂ ਹੈਗੀਆਂ, ਉਹ ਆਪਣੀ ਮੋਬਾਈਲ ਤੋਂ ਜਾਂ ਕਿਸੇ ਦੇ ਮੋਬਾਈਲ ਤੋਂ
ਉਹਦੇ ਨਾਲ ਬੈਠ ਕੇ ਇਹ ਸਾਰੇ ਦਾ ਸਾਰਾ ਸਮਾਗਮ ਅਟੈਂਡ ਕਰ ਸਕਦਾ, ਜਿੱਥੇ ਉਹਨੂੰ ਕੋਈ ਲੋੜ ਨਹੀਂ ਵੀ ਕੌਣ ਆਇਆ ਤੇ ਕੌਣ ਗਿਆ, ਅੱਖਾਂ ਮਿਟ ਕੇ ਸਾਰਾ ਵਾਹਿਗੁਰੂ ਵਾਹਿਗੁਰੂ ਵੀ ਕਰ ਸਕਦਾ, ਸੁਣ ਵੀ ਸਕਦਾ। ਇਹ ਵੀ ਇੱਕ ਬੜੀ ਵੱਡੀ ਸਹੂਲਤ ਹੈ। ਦੂਸਰੀ ਇੱਕ ਹੋਰ ਸਹੂਲਤ, ਜਿੰਨੀਆਂ ਤੁਹਾਨੂੰ ਸਹੂਲਤਾਂ ਹੋਈਆਂ ਉਹਨੇ ਤੁਸੀਂ ਖਰਾਬ ਹੋਏ ਆ। ਇੱਕ ਸਹੂਲਤ ਹੈ ਵੀ ਤੁਹਾਨੂੰ ਪੱਖੇ ਲਾਏ ਗਏ, ਇਸ ਤੇ ਲਾਗੇ ਛਾਗੇ ਲਾਏ, ਬਾਹਰ ਤਾਂ ਮੌਸਮ ਠੀਕ ਹੈ। ਪਹਿਲਾਂ ਸੰਗਤਾਂ 'ਚ ਪੱਖੇ ਝੱਲੇ ਜਾਂਦੇ ਸਨ, ਅੱਗੇ ਵੀ ਗਰਮੀਆਂ ਝੱਲੇ ਜਾਂਦੇ ਸਨ। ਇੱਕ ਹੋਰ ਸਹੂਲਤ ਹੈ ਵੀ ਤੁਸੀਂ ਗੱਡੀਆਂ ਤੇ ਚੜ੍ਹ ਕੇ ਆ ਗਏ। ਪਹਿਲਾਂ ਲੋਕ ਤੁਰ ਕੇ ਹੀ ਸਮਾਗਮਾਂ ਨੂੰ ਅਟੈਂਡ ਕਰਨ ਜਾਂਦੇ ਹੁੰਦੇ ਸਨ, 4-4 5-5 ਕਿਲੋਮੀਟਰ ਤੱਕ ਕੋਹਾਂ ਤੱਕ ਜਾਂਦੇ ਸੀ, ਖੰਡ ਪਾਠ ਸੁਣ ਜਾਂਦੇ ਸੀ। ਇਹ ਵੀ ਇੱਕ ਸਹੂਲਤ ਹੈ ਜਿਹੜੀ ਤੁਸੀਂ ਪ੍ਰਾਪਤ ਹੋ ਗਈ। ਹੁਣ ਬੇਨਤੀ ਦਾਸ ਵੱਲੋਂ ਜੋ ਕਾਮ ਕੀਰਤਨੀ ਜਥੇ ਨੂੰ ਦਾਸ ਨੂੰ ਹੁਕਮ ਕੀਤਾ, ਉਹਦੇ 'ਚ ਪਹਿਲੀ ਬੇਨਤੀ ਹੁੰਦੀ ਕਿ ਆਮ ਲੋਕਾਂ 'ਚ ਬੜੀ ਵੱਡੀ ਸਮੱਸਿਆ ਹੈ, ਕਿਉਂਕਿ ਅਸੀਂ ਜਿਸ ਪੱਧਰ ਤੇ ਜੀ ਰਹੇ ਹਾਂ, ਇਸ ਪੱਧਰ ਤੇ ਅਸੀਂ ਉੱਚੇ ਪੱਧਰ ਦੇ ਵਿਅਕਤੀ ਨੂੰ ਜਾਚ ਨਹੀਂ ਸਕਦੇ। ਸਾਡੇ 'ਚ ਇੰਨੀ ਬੁੱਧੀ ਨਹੀਂ ਹੁੰਦੀ ਕਿ ਅਸੀਂ ਆਪ ਤੋਂ ਵਿਸ਼ੇਸ਼ ਉੱਦਾਂ ਇਹ ਬ੍ਰਹਮਿਆ ਨੇ ਜਦੋਂ ਵੀ ਮਨੁੱਖ ਜੂਨੀ ਸਾਜੀ ਹੈ, ਆਮ ਲੋਕਾਂ ਦੀ ਵਿਚਾਰ ਹੈ ਕਿ ਉਹਨਾਂ ਸਾਡੇ ਕੰਨ 'ਚ ਇੱਕ ਫੂਕ ਮਾਰ ਦਿੱਤੀ ਤੇ ਜਿੱਦਾਂ ਦਾ ਮੈਂ ਤੈਨੂੰ ਬਣਾਇਆ ਉੱਦਾਂ ਦਾ ਮੈਂ ਹੋਰ ਕਿਸੇ ਨੂੰ ਨਹੀਂ ਬਣਾਇਆ। ਇਹਦੇ 'ਚ ਕੋਈ ਅਤ ਕਥਨੀ ਨਹੀਂ ਹੈ। ਹਰ ਬੰਦੇ ਦੀ ਸੋਚ ਆਪਣੀ ਹੈ, ਹਰ ਬੰਦੇ ਦਾ ਰੰਗ ਰੂਪ ਆਪਣਾ ਹੈ, ਹਰ ਬੰਦੇ ਦੇ ਚਿੰਨ੍ਹ ਚੱਕਰ ਜਿਹੜੇ ਆਪਣੇ ਹੈ, ਬੋਲੀ ਆਪਣੀ ਹੈ, ਤੋਰ ਆਪਣੀ ਹੈ, ਹਰ ਚੀਜ਼ ਹੀ ਆਪਣੀ ਆਪਣੀ ਹੈ। ਇਸ ਕਰਕੇ ਕਈ ਵਾਰ ਬੰਦਾ ਇਸ ਗੱਲ ਨੂੰ ਵੀ ਸੋਚ ਲੈਂਦਾ ਵੀ ਪਤਾ ਨਹੀਂ ਮੈਂ ਕਿੰਨਾ ਕੁ ਸਿਆਣਾ ਹਾਂ, ਕਿੰਨਾ ਕੁ ਮੈਂ ਵਿਦਵਾਨ ਹਾਂ। ਇਹ ਵੀ ਇੱਕ ਸਾਡੀ ਗਿਰਾਵਟ ਹੁੰਦੀ ਹੈ, ਜੋ ਲੋੜ ਵੀ ਇਹਨਾਂ ਚੀਜ਼ਾਂ ਦੀ ਬੜੀ ਹੁੰਦੀ ਹੈ। ਸੋ ਆਪ ਜੀ ਨੇ ਦਾਸ ਨੂੰ ਥੋੜ੍ਹੇ ਚਿਰ ਲਈ ਅਸੀਸ ਦੇਣੀ, ਕਿਉਂਕਿ ਮੈਂ ਨਾ ਤਾਂ ਬਾਬਾ ਜੀ ਹਾਂ ਕੋਈ, ਨਾ ਕੋਈ ਸੰਤ ਜੀ ਹਾਂ, ਨਾ ਇਹ ਕੋਈ ਐਸੇ ਬ੍ਰਹਮ ਗਿਆਨੀ ਹਾਂ ਜਾਂ ਕੋਈ ਐਸੇ ਕੋਈ ਬਹੁਤ ਵੱਡਾ ਵਿਦਵਾਨ ਹੋਏ ਜਿਨ੍ਹਾਂ ਬੜੇ ਕਿਤਾਬ ਪੜ੍ਹੇ ਹੋਏ, ਬੜੇ ਬੜੇ ਹਿੰਦੂ ਧਰਮ ਪੜ੍ਹਿਆ ਹੋਏ, ਮੁਸਲਮਾਨ ਪੜ੍ਹਿਆ ਹੋਏ, ਈਸਾਈ ਪੜ੍ਹਿਆ ਹੋਏ, ਬੋਧੀ ਜੈਨੀ ਯਹੂਦੀ ਪਾਰਸੀ ਬੜੇ ਬੜੇ ਗ੍ਰੰਥ ਉਹਨਾਂ ਦੇ ਪੜ੍ਹ ਕੇ ਫਿਰ ਤੁਹਾਨੂੰ ਉਹਨਾਂ ਵਿੱਚੋਂ ਕੁਝ ਸੰਖੇਪ ਰੂਪ 'ਚ ਦੱਸਣਾ ਹੋਏ, ਇਹ ਮੇਰੇ ਕੋਲ ਕੋਈ ਕਰਤੂਤ ਨਹੀਂ ਹੈ। ਇਸ ਕਰਕੇ ਆਪ ਜੀ ਦੀ ਅਸੀਸ ਨਾਲ ਇਹ ਸਮਾਗਮ ਗੁਰੂ ਪਾਤਸ਼ਾਹ ਨੇ ਜੋ ਤੋਰੇ ਹੋਏ ਨੇ, ਉਹਨਾਂ ਦੀ ਰਹਿਮਤ ਸਦਕਾ ਇਹਦਾ ਮੁੱਖ ਪ੍ਰਯੋਜਨ ਕੀ ਹੈ ਉਹ ਥੋੜ੍ਹਾ ਜਿਹਾ ਮੈਂ ਸਾਂਝ ਪਾਣੀ ਹੈ। ਬਹੁਤ ਤੋਂ ਬਾਅਦ ਇੱਕ ਕਿਤਨੀ ਹਜੇ ਹੋਰ ਬੈਠਾ, ਆਪ ਕਾਫੀ ਦੂਰ ਦਰਾਡੇ ਤੋਂ ਚੱਲ ਕੇ ਆਏ ਹੋ, ਸਮਾਂ ਬਰਬਾਦ ਕੀਤਾ ਹੈ, ਪੈਸੇ ਦਾ ਯੁੱਗ ਹੈ। ਇਸ ਕਰਕੇ ਪਿਆਰਿਓ, ਆਪ ਜੀ ਤੋਂ ਦਾਸ ਨੇ ਸਭ ਤੋਂ ਪਹਿਲਾਂ ਇੱਕ ਚਰਨਾਂ 'ਚ ਤੁਹਾਡੇ 'ਚ ਬੇਨਤੀ ਕਰਨੀ ਹੈ। ਤੁਸੀਂ ਮੇਰੇ ਵਾਸਤੇ ਇਸ ਗੁਰੂ ਦਾ ਰੂਪ ਹੋ, ਤੁਹਾਡੇ 'ਚ ਬੜੀਆਂ ਬਰਕਤਾਂ ਨੇ, ਤੁਸੀਂ ਬਹੁਤ ਕੁਛ ਕਰਨ ਦੇ ਸਮਰੱਥਾਵਾਨ ਹੋ। ਇਕੱਠੇ ਹੋ ਕੇ ਅਸੀਸ ਬਖਸ਼ੋ ਤਾਂ ਕਿ ਦਾਸ ਸਾਹਿਬ ਜੀ ਦੀ ਸੁਚੱਜੀ ਸੇਵਾ ਨਿਭਾ ਸਕੇ। ਔਰ ਨਾਲ ਨਾਲ ਥੋੜ੍ਹਾ ਜਿਹਾ ਅਸੀਸ ਗੁਰੂ ਜੀ ਨੂੰ ਝੁਕਾ ਕੇ ਮਨ ਕਰਕੇ ਦਾਸ ਦੇ ਸਿਰ ਤੇ ਹੱਥ ਰੱਖੋ, ਰਸਨਾ ਕਰੀਏ ਪਵਿੱਤਰ, ਗੱਜ ਕੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਆਪ ਜੀ ਦੀ ਅਸੀਸ ਦਾਸ ਦੇ ਸਿਰ ਤੇ ਆਪ ਜੀ ਨੇ ਸੇਵਾ ਲੈਣ ਵਾਸਤੇ ਦਿੱਤੀ ਹੈ। ਥੋੜੇ ਚਿਰ ਦਾਸ ਆਪ ਜੀ ਤੋਂ ਸੁਰਖਰੂ ਹੋਏਗਾ। ਮੇਨ ਮਕਸਦ ਸਾਡਾ ਇਹ ਹੈ, ਜਦੋਂ ਵੀ ਥੋੜਾ ਜਿਹਾ ਬੰਦਾ ਸਿਆਣਾ ਹੁੰਦਾ, ਉਹ ਦੁਨੀਆ ਨੂੰ ਆਲੇ ਦੁਆਲੇ ਦੇਖਣਾ ਸ਼ੁਰੂ ਕਰਦਾ। ਡੰਗਰ ਵੀ ਸਿਆਣਾ ਹੁੰਦਾ, ਉਮਰ ਵੱਧਦੀ ਉਹਦੀ, ਉਹ ਆਲਾ ਦੁਆਲਾ ਨਹੀਂ ਜਾਂਦਾ ਦੇਖ ਸਕਦਾ, ਬੰਦਾ ਦੇਖ ਸਕਦਾ। ਉਸ ਦੇਖਣ ਦਿਖਾਣ ਵਿੱਚ ਬਹੁਤ ਕੁਝ ਦੇਖਦਾ। ਇੱਕ ਖਾਸ ਇਹਦੇ 'ਚ ਕਈ ਵਾਰ ਗੱਲ ਉੱਠਦੀ ਹੈ ਵੀ ਇਹ ਸਾਰੇ ਲੋਕ ਕਿੱਥੋਂ ਆਉਂਦੇ ਨੇ, ਕਾਸ਼ ਕੀ ਹੈ, ਧਰਤੀ ਕੀ ਹੈ। ਬੰਦੇ ਦੀ ਬੁੱਧੀ ਇਹਨਾਂ ਗੱਲਾਂ ਨੂੰ ਲੈਂਦੀ ਹੈ, ਇੱਥੇ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਜਦੋਂ ਇੱਥੇ ਬੰਦੇ ਮਰ ਜਾਂਦੇ, ਇਹ ਕਿੱਥੇ ਚਲੇ ਜਾਂਦੇ ਨੇ, ਮੁੱਕ ਜਾਂਦੇ ਨੇ ਕਿ ਅੱਗੇ ਚਲੇ ਜਾਂਦੇ ਨੇ, ਫਿਰ ਕਿੱਦਾਂ ਆਉਂਦੇ ਨੇ, ਇੱਥੇ ਕਿੱਦਾਂ ਸਾਰੇ ਆਪੋ ਆਪਣੇ ਕਿਸ ਤਰੀਕੇ ਨਾਲ ਇੱਥੇ ਜਨਮ ਪ੍ਰਾਪਤ ਹੁੰਦਾ ਮਾਂ ਦੇ ਕੁੱਖਾਂ 'ਚੋਂ। ਇਹ ਗੱਲਾਂ ਬੰਦੇ ਦੇ ਦਿਮਾਗ 'ਚ ਆਮ ਨੋਰਮਲ ਸਵਾਲ ਖੜੇ ਹੋ ਜਾਂਦੇ ਨੇ ਵੀ ਇਹ ਕੀ ਹੁੰਦਾ ਹੈ ਸਾਰਾ ਕੁਝ। ਜਵਾਨ ਹੁੰਦਾ ਬੰਦਾ, ਇੱਥੇ ਗਰੀਬ ਤੋਂ ਗਰੀਬ ਹੈ, ਅਮੀਰ ਤੋਂ ਅਮੀਰ ਹੈ, ਦੁਖੀ ਤੋਂ ਦੁਖੀ ਕੋੜੇ ਜਿਹੜੇ ਪਿੰਗਲਵਾੜੇ 'ਚ ਪਏ ਰੁਲ ਰਹੇ ਨੇ, ਤਾਂ ਹੈਲਦੀ ਤੋਂ ਹੈਲਦੀ ਲੋਕ ਜਿਹੜੇ ਵਰਲਡ ਚੈਂਪੀਅਨ ਬਣ ਕੇ ਬੈਠੇ ਨੇ, ਉਹ ਵੀ ਇਸੇ ਧਰਤੀ ਤੇ ਨੇ। ਬੜੇ ਬੜੇ ਜਿਹੜੇ ਦਾਰਸ਼ਨਿਕ ਹੈ ਭਾਵ ਜਿਹਨੂੰ ਬਹੁਤ ਵੱਡੀ ਉਹਨਾਂ 'ਚ ਕੁਦਰਤ ਨੇ ਉਹਨਾਂ 'ਤੇ ਮਾਇਲ ਕੀਤਾ ਹੋਇਆ ਆਪਣੇ ਆਪ ਨੂੰ, ਜਿਵੇਂ ਬਾਬਾ ਨਾਨਕ ਜੀ ਨੇ
ਜਾਂ ਈਸਾ ਜੀ ਨੇ, ਇਹ ਲੋਕ ਕਿੱਦਾਂ ਦੇ ਨੇ, ਸਰੀਰ ਉਹਨਾਂ ਦਾ ਸਾਡੇ ਵਰਗਾ ਹੈ। ਤੇ ਦੂਜੇ ਪਾਸੇ ਅਤ ਮੂੜ, ਬਿਲਕੁਲ ਬੰਦੇ ਦੀ ਜੂਨ ਵਿੱਚ ਡੰਗਰ ਨਾਲੋਂ ਵੀ ਭੈੜੀ ਉਹਦੀ ਸੋਚ ਇੰਨੀ ਡਿੱਗ ਚੁੱਕੀ ਹੈ। ਇਹ ਸਾਰਾ ਕੁਝ ਕੀ ਹੈ ਧਰਤੀ ਦਾ? ਅੱਖਾਂ ਕੀ ਨੇ? ਡੰਗਰ ਆਪਣੀ ਅੱਖਾਂ ਬਾਰੇ ਸੋਚ ਨਹੀਂ ਸਕਦੇ, ਕੰਨਾਂ ਬਾਰੇ ਨਹੀਂ ਸੋਚ ਸਕਦੇ, ਆਪਣੇ ਹੱਥਾਂ ਪੈਰਾਂ ਬਾਰੇ ਸੋਚ ਨਹੀਂ ਸਕਦੇ ਵੀ ਇਹ ਕਾਹਦੇ ਲਈ ਲੱਗੇ ਨੇ। ਇਹ ਤੁਹਾਨੂੰ ਲੋੜ ਮਹਿਸੂਸ ਹੋਈ ਇਹਨਾਂ ਗੱਲਾਂ ਦੀ। ਫਿਰ ਕਿਸ ਤਰੀਕੇ ਨਾਲ ਪ੍ਰੋਡਕਸ਼ਨ ਹੁੰਦੀ ਹੈ ਇਹਦੇ ਨਾਲ ਨਾਲ। ਜਦੋਂ ਇਹ ਲੋਕਾਂ 'ਚ ਸੋਚ ਹੋਈ ਹੈ, ਉਦੋਂ ਜਿਸ ਨੇ ਸਾਰੀ ਰਚਨਾ ਰਚੀ ਹੈ ਉਹਨੂੰ ਇਹ ਗੱਲ ਦਾ ਅਹਿਸਾਸ ਕਰਨ ਵਾਸਤੇ ਕਿ ਇਹਨਾਂ ਲੋਕਾਂ ਨੂੰ, ਧਰਤੀ ਤੇ ਬੰਦਿਆਂ ਨੂੰ, ਸਿਰਫ ਬਾਕੀ ਹੇਠਲੀਆਂ ਜੂਨੀਆਂ ਨੂੰ ਨਹੀਂ, 83,99,999 ਜੂਨੀ ਥੱਲੇ ਹੈ, ਉਹਨਾਂ ਨੂੰ ਸਮਝਾਉਣ ਵਾਸਤੇ ਕੋਈ ਵੀ ਗ੍ਰੰਥ ਨਹੀਂ ਬਣਿਆ, ਕੋਈ ਬੰਦਾ ਨਹੀਂ ਆਇਆ। ਉੱਦਾਂ ਅਸੀਂ ਉਹਨਾਂ ਨੂੰ ਵਰਤਣ ਲਈ ਵੀ ਕਿੱਦਾਂ ਅਸੀਂ ਸ਼ੇਰ ਨੂੰ ਕਾਬੂ ਕਰਨਾ, ਕਿੱਦਾਂ ਹਾਥੀ ਤੋਂ ਕੰਮ ਲੈਣਾ, ਉਹ ਅਸੀਂ ਵਰਤਣ ਲਈ ਅਸੀਂ ਉਹਨਾਂ ਨੂੰ ਪ੍ਰੇਰ ਕੇ ਕੁਝ ਟੈਕਨੀਕ ਦਿੱਤੀ ਛੋਟੀ ਮੋਟੀ, ਪਰ ਉਹਨਾਂ 'ਚ ਇਹ ਸੋਚ ਨਹੀਂ ਹੈ। ਇਸ ਕਰਕੇ ਪਿਆਰਿਓ, ਇਸ ਫਿਰ ਪੈਗੰਬਰ ਭੇਜੇ ਗਏ, ਅਵਤਾਰ ਭੇਜੇ ਗਏ ਇਸ ਧਰਤੀ ਤੇ, ਖਾਸ ਕਰਕੇ ਕਿ ਇਹਨਾਂ ਲੋਕਾਂ ਨੂੰ ਜੀਣ ਦਾ ਤਰੀਕਾ ਦੱਸਿਆ ਜਾਏ। ਬਾਕੀ ਨਾ ਤੋਂ ਹੇਠਲੀ ਜਿੰਨੀ ਕੈਟੇਗਰੀਆਂ ਨੇ ਉਹ ਸਾਰੀਆਂ ਜੂਨਾਂ ਨੂੰ ਮੈਂ ਬੰਨ੍ਹ ਦਿੱਤਾ ਹੋਇਆ, ਉਹ ਉਸੇ ਤਰੀਕੇ ਨਾਲ ਚੱਲਣਗੇ ਜਿੱਦਾਂ ਮੈਂ ਉਹਨਾਂ ਨੂੰ ਬੰਨਿਆ। ਇਹਨਾਂ ਨੂੰ ਮੈਂ ਖੁੱਲ੍ਹਾ ਤਾਂ ਛੱਡਿਆ, ਇਹ ਮੇਰੇ ਬਾਰੇ ਜਾਣਕਾਰੀ ਹੁਣ ਕਰ ਸਕਦੇ ਨੇ। ਜੇ ਹੁਣ ਇਹਨਾਂ ਦਾ ਮੌਕਾ ਖੁੰਝ ਗਿਆ, ਮੁੜ ਕੇ ਇਹ ਇਹਨਾਂ ਜੂਨਾਂ ਵਿੱਚ ਫਸ ਜਾਣਗੇ। ਇਹ ਸੋਚ ਧਰਮ ਦੀ ਦੁਨੀਆ ਵਿੱਚ ਹੈ, ਹਿੰਦੂ ਵਿੱਚ ਵੀ ਹੈ, ਸਿੱਖ ਵਿੱਚ ਵੀ ਹੈ, ਬੋਧੀ 'ਚ ਵੀ ਹੈ, ਪਰ ਜਿਹੜਾ ਈਸਾਈ ਹੈ ਤੇ ਮੁਸਲਮਾਨ ਹੈ ਉਹਦੇ ਵਿੱਚ ਇਹ ਸੋਚ ਨਹੀਂ ਵੀ ਮੁੜ ਕੇ ਜੰਮਣਗੇ। ਉਹਦੇ ਵਿੱਚ ਇਹ ਸੋਚ ਹੈ ਕਿ ਇਹ ਰੂਹਾਂ ਹਮੇਸ਼ਾ ਬਿਸ਼ਤਾਂ ਵਿੱਚ ਜਾਂ ਦੋਜਕਾਂ 'ਚ ਲੱਗ ਜਾਣਗੀਆਂ, ਦੋਜਕਾਂ 'ਚ ਸੜਨਗੀਆਂ ਰੂਹਾਂ, ਦੁਖੀ ਹੋਣਗੀਆਂ, ਬਿਸ਼ਤਾਂ 'ਚ ਸੁੱਖ ਲੈਣਗੀਆਂ। ਇਹ ਦੋਏ ਗੱਲਾਂ ਸਿੱਖ ਤੇ ਹਿੰਦੂ ਧਰਮ ਵਿੱਚ ਵੀ ਹੈ, ਜਿਹਨੂੰ ਗੁਰੂ ਪਾਤਸ਼ਾਹ ਨੇ ਜਾਂ ਮੇਰੇ ਗ੍ਰੰਥਾਂ ਵਿੱਚ ਸਵਰਗ ਤੇ ਨਰਕ ਦਾ ਦਰਜਾ ਦਿੱਤਾ ਹੈ। ਕੁਝ ਲੋਕ ਸਾਡੇ ਕਹਿੰਦੇ ਨੇ ਕਿ ਜਿਹਦੇ ਕੋਲ ਇੱਥੇ ਸਾਰੀ ਦੁਨੀਆ ਦੇ ਸੁੱਖ ਨੇ, ਏਸੀ ਲੱਗਿਆ ਹੈ, ਹੋਰ ਗੱਡੀਆਂ ਹੈ, ਚੰਗੇ ਪੈਸੇ ਹੈ, ਚੰਗੀ ਇਸਤਰੀ ਹੈ, ਚੰਗੀ ਔਲਾਦ ਹੈ, ਸਾਰਾ ਕੁਝ ਮੁਹੱਈਆ ਹੈ, ਤੰਦਰੁਸਤੀ ਹੈ, ਉਹ ਸਵਰਗ ਹੈ, ਤੇ ਜਿਹੜੇ ਬਿਮਾਰ ਹੈ, ਘਰ 'ਚ ਕਲੇਸ਼ ਹੈ, ਉਹ ਨਰਕ ਹੈ। ਹਾਂ, ਇਹ ਵੀ ਕੋਈ ਅਤ ਕਥਨੀ ਨਹੀਂ, ਇਹ ਵੀ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਬਹੁਤ ਕੁਝ ਦੇ, ਪਰ ਇੱਕ ਸਵਰਗ ਤੇ ਨਰਕ ਦਾ ਨਕਸ਼ਾ ਅੱਗੇ ਵੀ ਦਿੱਤਾ ਹੋਇਆ, ਕਿਉਂਕਿ ਬੰਦੇ ਦੀ ਉਸ ਤੱਕ ਪਹੁੰਚ ਨਹੀਂ ਹੈ। ਇਸ ਕਰਕੇ ਪਿਆਰਿਓ, ਇਹ ਸਾਰੇ ਟੌਪਿਕ ਦਾ ਮੂਲ ਜਿਹੜਾ ਕੇਂਦਰੀ ਭਾਵ ਹੈ ਉਹ ਇਹ ਹੈ ਕਿ ਸਾਨੂੰ ਕੀ ਕੰਮ ਕਰਨੇ ਚਾਹੀਦੇ, ਕਿਵੇਂ ਦੇਖਣਾ ਚਾਹੀਦਾ, ਕੀ ਸੁਣਨਾ ਚਾਹੀਦਾ, ਕੀ ਖਾਣਾ ਚਾਹੀਦਾ, ਕਿੱਧਰ ਨੂੰ ਤੁਰਨਾ ਚਾਹੀਦਾ, ਕਿੱਧਰ ਕਿਸ ਤਰੀਕੇ ਨਾਲ ਬੋਲਣਾ ਚਾਹੀਦਾ, ਕਿਵੇਂ ਦਾ ਪਹਿਨਣਾ ਚਾਹੀਦਾ, ਕਿਵੇਂ ਨੂੰ ਦੂਜੇ ਬੰਦੇ ਨਾਲ ਡੀਲ ਕਰਨਾ ਚਾਹੀਦਾ। ਇਹ ਸਾਰਾ ਮਨੁੱਖ ਜੂਨੀ ਵਾਸਤਾ ਬੜਾ ਵੱਡਾ ਸਿਲੇਬਸ ਹੈ। ਇਸ ਕਰਕੇ ਆਪ ਜੀ ਨਾਲ ਜਥੇ ਵੱਲੋਂ ਸਾਂਝ ਪਾਈ ਜਾਂਦੀ ਹੈ, ਉਹਦੇ 'ਚ ਮੇਨ ਮਕਸਦ ਤੁਹਾਨੂੰ ਦਿੱਤਾ ਜਾਂਦਾ ਜੀ, ਖਾਸ ਕਰਕੇ ਜਿਹੜੀਆਂ ਮੇਰੀ ਨੌਜਵਾਨ ਧੀਆਂ ਤੇ ਨੌਜਵਾਨ ਮੇਰੇ ਜਵਾਨ ਨੇ, ਉਹਨਾਂ ਦੇ ਚਰਨਾਂ 'ਚ ਅਸੀਂ ਬੇਨਤੀ ਕਰਨੀ ਹੁੰਦੀ ਹੈ ਕਿ ਤੁਹਾਡੇ ਅੰਦਰ ਇੱਕ ਸਿੱਖ ਕੌਮ ਦਾ ਪਿਆਰ ਪੈਦਾ ਹੋ ਜਾਏ। ਜਿਹੜਾ ਤੁਹਾਡੇ 'ਚੋਂ ਬਾਰਿਸ਼ ਹੋ ਗਿਆ, ਖਤਮ ਹੋ ਗਿਆ, ਤੁਹਾਡੇ 'ਚ ਕੌਮੀ ਪਿਆਰ ਇੱਕ ਹੁੰਦਾ, ਇੱਕ ਦੇਸ਼ ਦਾ ਪਿਆਰ ਹੁੰਦਾ, ਇੱਕ ਪਿਆਰ ਹੁੰਦਾ ਆਪਣੇ ਸਰੀਰ ਦਾ, ਇੱਕ ਜਾਤੀ ਦਾ ਪਿਆਰ ਹੁੰਦਾ। ਇਹ ਵੀ ਜੱਟ ਹੈ, ਇਹ ਹਜੇ ਭਾਰਤ ਵਿੱਚ ਹੈ, ਹੋਰ ਕਿਸੇ ਕੰਟਰੀ 'ਚ ਨਹੀਂ ਹੈ। ਇਹ ਵੀ ਜੱਟ ਹੈ ਤੇ ਮੈਂ ਵੀ ਜੱਟ ਹੈ, ਇਹ ਵੀ ਰੰਧਾਵਾ ਤੇ ਮੈਂ ਵੀ ਰੰਧਾਵਾ। ਇਹ ਗੱਲਾਂ ਮਕਾਈਆਂ ਗੁਰੂ ਨਾਨਕ ਨੇ ਸਿੱਖਾਂ 'ਚੋਂ ਜਾਤੀਵਾਦ ਕੰਮ ਖਤਮ ਕੀਤਾ ਸੀ। ਇਹਦੇ ਨਾਲ ਨਾਲ ਗੁਰੂ ਪਿਆਰ ਵਾਲਿਓ, ਅੱਜ ਸਾਨੂੰ ਇਹਨਾਂ ਗੱਲਾਂ ਨੂੰ ਮਹਿਸੂਸ ਹੈ ਕਿ ਜਿੱਥੇ ਆਪਾਂ ਸਿੱਖ ਭਾਈਚਾਰਾ ਬੈਠਾ, ਉੱਥੇ ਮੁਸਲਮਾਨ ਵੀ ਬੈਠਾ। ਤਕਰੀਬਨ ਜੇ ਜ਼ਿਆਦਾ ਨੇ ਤੇ ਦੁਨੀਆ ਤੇ ਸਭ ਤੋਂ ਜ਼ਿਆਦਾ ਆਬਾਦੀ ਹੈ ਤੱਕ ਅੰਗਰੇਜ਼ਾਂ ਦੀ ਹੈ, ਦੂਜੇ ਨੰਬਰ ਤੇ ਉਹ ਸ਼ਾਇਦ ਪਿੱਛੇ ਰਹਿ ਜਾਣ, ਹੁਣ ਸਭ ਤੋਂ ਦੂਜੇ ਨੰਬਰ ਤੇ ਹੈਗੀ ਮੁਸਲਮਾਨਾਂ ਦੀ ਆਬਾਦੀ। ਕਾਮਰੇਡਾਂ ਦੀ ਆਬਾਦੀ ਵੀ ਕਾਫੀ ਹੈ, ਬਹੁਤ ਜ਼ਿਆਦਾ। ਜਿਹੜੇ ਆਂਦੇ ਰੱਬ ਨਹੀਂ ਹੈ, ਉਹਨਾਂ ਦੀ ਵੀ ਆਬਾਦੀ ਹੈ। ਸਿੱਖਾਂ ਦੀ ਆਬਾਦੀ 1.5-2% ਵੀ ਨਹੀਂ ਹੈ, ਇੰਨੀ ਘੱਟ ਹੈ। ਔਰ ਸਭ ਤੋਂ ਲੇਟ ਧਰਮ ਸਿੱਖਾਂ ਦਾ, ਜਿਹਦੇ ਚ ਧਰਮਾਂ ਨੂੰ ਸਾਰਿਆਂ ਨੂੰ ਗੁਰੂ ਜੀ ਨੇ ਫੋਲੋ ਕਰਕੇ ਇੱਕ ਨਵੀਂ ਚੀਜ਼ ਤਿਆਰ ਕੀਤੀ ਹੈ ਸਮੇਂ ਨਾਲ। ਜਿਵੇਂ ਸਾਡੇ ਪਹਿਲੇ ਮਕਾਨ ਬਦਲ ਕੇ ਅਸੀਂ ਨਵਿਆਂ ਮਕਾਨਾਂ 'ਚ ਆਏ ਹੋਏ ਹਾਂ, ਪਹਿਲੇ ਅਸੀਂ ਗੱਡੇ ਛੱਡ ਕੇ ਟਕਾਰਾਂ ਤੇ ਆਏ ਹੋਏ ਹਾਂ, ਐਦਾਂ ਪਹਿਲੇ ਧਰਮਾਂ 'ਚੋਂ ਜਿਹੜੀ
श्री गुरु नानक जी ਨੂੰ ਨਜ਼ਰ ਆਈ, ਉਹ ਸਾਰੀ ਕੱਢ ਕੇ ਇੱਕ ਨਵੇਂ ਯੁੱਗ ਦਾ ਇੱਕ ਨਵਾਂ ਧਰਮ ਖੜਾ ਕੀਤਾ, ਜਿਹਦਾ ਚ ਲੋਕਾਂ ਨੂੰ ਸੁੱਖ ਸ਼ਾਂਤੀ ਰਹਾਈਆ ਪਾਏ। ਔਰ ਐਡਾ ਵਧੀਆ ਇਹਦਾ ਸਿਧਾਂਤ ਬਣਾਇਆ ਗਿਆ ਸਿੱਖਾਂ ਦਾ ਕਿ ਮੈਂ ਸਾਰੇ ਧਰਮ ਸਤਿਕਾਰਯੋਗ ਨੇ। ईसाई धर्म सत्कारयोग है, मुसलमान सत्कारयोग है, हिंदू सब तो पुराना सत्कारयोग है, पर जो विशेषताइयां सिख पंथ विच है ना थानू दसियां जा रही, ना थानू पुछण दी रुचि है, ना थानू अपने धर्म की शरधा है। तुहाडे कोल केवल ते केवल इन्ना क फर्क है कि तुसीं जिवें पिछों मुड़े हो भी पिंड च एक गुरुद्वारा बना लो, बत्तियां ला दो, चाहे 1.5 करोड़ रुपया ला दो गुरुद्वारे ते, लाओ पैसे लाओ, लंगर लाओ, खंड पाठ पढ़ाओ, किते बाबा जी दे मेले ते जाओ, होले महल्ले ते जाओ, पर सच ना बोलो, झूठ बोलो, बेईमानी कर लियो, ठगी मार लियो, चोर की हम ना। कल इथों मोटरसाइकिल चुक्या गया, जे धर्म स्थान ते ऐसी हालतां होणगीਆਂ ते आम पब्लिक स्थान ते की होगा। इन्ने खत्ते विच धर्म की गल कीती जा रही है, आम खत्ते विच गंदे डीजे वज रहे ने ते उहदा दा इत्थों ही लग्या। इस करके समय अनुसार अज सानू बहुत कुछ संजीदगी नाल काम करना पैना। किन्ने क बंदे खड़े करोगे? इस करके ऐसी धर्म जिहदे च दस्या गया सी भी कदे भी चोरी ठगी यारी नहीं करनी मनुख ने। कोई इथों मझ नहीं मोटरसाइकिल लै गई, कुत्ता मोटरसाइकिल चला के नहीं लै गया, कोई डंगर नहीं लै गया। कौन लै गया है? तो डंगर नालों भी भैड़ा, पर वो ये काम नहीं कर सकते। इस करके इत्थे मोटरसाइकिल ले आके खड़ा भी तुसी कर सकते हैं ते लिजा भी बंदा कर सकता। इस करके प्यारिओ, अज तुहानू अपने धर्म बारे कुड़ियां नू ते मुंडियां नू किस तरीके आने वाले समय च महंगाई वध रही है, किदां तुहाडे देश विच नशियां दी पंजाब विच मार वगी है, किस तरीके नाल थां थां तुहानू डेरे खोल के बगला के धर्म दे नां ते अपने पैरां ते मत्थे टिका के तुहाडा पैसा बटोरिया जा रहा, किस तरीके नाल तुहाडीआं लड़कियां नू रिश्ते मिलने औखे हो गए है, किस तरीके नाल तुहाडे छड्ड छडाई दे केस वधदे जांदे है, किस तरीके नाल तुहाडे समाज विच शुगर वध रही है, बीपी हाई हो रहे ने, इन्नी बीमारी भयानक रूप धारण करती जा रही दिन प्रति दिन कि इहदा अहसास नहीं तुसीं कदे करदे। इस करके जो जिन्ने भी प्रॉब्लम आ रही हैं ये अज दे पोष अगे पहल दे नंबर ते आ रही हैं। तुसीं अपनियां भैणां दे रिश्ते कर रहे हैं, तुहाडीआं बच्चियां नूं तुसीं तोरना दूजे घर, पर तुसीं धर्म अनुसार ईसाई नूं नहीं दे सकदे, सिख अपनी धी मुसलमान नूं नहीं दिंदे, हिंदू नूं नहीं दिंदे। तुसीं कुड़ी सिखां अगे तोरनी है, सिखां नूं सिखां बारे जानकारी नहीं है, उन्हीं धर्म नूं सिर्फ इत्थों तक रखिया होया कि कदे कदाई साल दा एक समागम बना लो, उत्थे इकट्ठे होके लंगर बापे बना लियो ते आपे खा लियो, ते थोड़ियां जिहियां गल्लां जड़ियां हो जे उत्थे सुनांगे तो वह आंदे पहला यूट्यूब ला लियो, नाले गाने ला लियो, वो गल्लां दा जे माड़ा मोटा असर है पहला तो उत्थे ही मुक जांदा, पंडाल विच ही मुक जांदा। जे रह गया थोड़ा बहुत वो जाते थोड़े मोबाइल ना खा लेना, वो खोल लेना तुसीं। इस करके बहुत ही खतरनाक समा है। शायद पहले युग काफ़ी लंबे समय तो ऐसा माड़ा समा नहीं आया, पर चंगा भी बड़ा है। जिहड़ियां आ चीज़ां करके तुसीं इत्थे बैठे कुछ कर रहे हैं, ये साइंस की तरक्की है। इस करके थोड़े चरणों च इक्को ही सनेमर बेनती की जाती है कि जिहड़े सिख बच्चे ते बच्चियां उन्होंने सिख बारे पता लगे भी सिख किवें बणीदा। गुरु नानक जी तो लैके गोबिंद राय तक किद्दां साडा एक गुरु रहा, किद्दां साडे चों जात मुकाई गई, साडी भाईबंदी दी सफ मजबूत करके सानू सांझे लंगर चों प्रसादा छकाया गया। हर कैटेगरी, हर जात, हर नस्ल, हर धर्म के बंदे नू, काले गोरे नू, ऊच नीच नू, गरीब अमीर नू इक्को थां ते इक्को जिहा खाना देण दा एक भाईबंदी दी सफ मजबूत करन दा तरीका सी। किस तरीके नाल गुरु पातशाह ने साडे वास्ते कुर्बानियां, साडे वास्ते नहीं मनुखता वास्ते दित्तियां। किस तरीके नाल सानू एक नवां संदेश दिता कि नानक नाम चढ़दी कला, और सिखो सारी दुनिया का भला मंगियो तां तुहाडा भला होना। अज वो सिख सगे भरा दा बुरा करनों खड़े हो गए हैं।
ਐਨੀ ਗਿਰਾਵਟ आ चुकी है। ईसाई विच ऐसी सोच नहीं दी गई भी तू सारी दुनिया का भला मंग, उहदे च यह सोच दी गई है तू केवल अपने धर्म के बंदियां का भला मंगी, मुसलमाना का ना मंगी, होर किसी हिंदू सिख का ना मंगी, तू ईसाइयां का भला मंगी। जिहड़ा ईसाई बन जाऊगा उहनूं जीसा जी छड़ा लैणगे, नहीं तो सारे दोजकां च सड़ जाणगे। मुसलमाना च भी ऐसी सोच दी गई मुहम्मद जी वालों कि जिहड़ा भी बंदा सुनत करा के कलमा पढ़ के इस्लाम धारण करेगा उन्होंने मैं छडाऊंगा, बाकी सारे बंदे धक्के जाणगे। ये तुहाडा धर्म सी जिथे हिंदू की परिभाषा दी गई, मुसलमान की परिभाषा दी गई भी मुसलमान किदां दा होना चाहिए, सिख किदां दा होना चाहिए, भगत किदां दा होना चाहिए। किन्नियां क तुहाडे नाल बचन कीते जाण। आखिरी तुहाडे नाल जिहड़ियां बेनतियां करनियां होनियां थां पर थां इस जगह ते घट्टो घट्ट 10 साल हो गए पंडाल सजदे हन, 2-2 दिन का। पर जे सारे पिंडां दे घरां विचों देखिया जाए तो उंगलियां ते गिणन वाले सिख निकलने जिहड़े रोज नितनेम करते हैं। कला अमृत छक के नहीं गल बननी, एक साडा दाखला है, उस तो बाद पूरा एक हदायत मिलती है, वो हदायत की पूरी पालना करनी है, लम्मा चिर पालना करनी है, और सारी ता उम्र आखिरी श्वास तक उन्हां चीज़ों की पालना करनी है, फिर जीवन में तब्दीली आनी है। जे कला अमर छक के कईयां नूं ऐसी भी सोच दी गई भी तुसीं अमर जरूर छक लो तो जिदन 40 दिन तक नितनेम कर लियो जां तुसीं ऐदां कर लियो, 40 दिन ही बेशक किरपान भी ला दिओ तो किस भी कटा लिओ, 40 दिन की भगती की भी तुहाडी गुरु घर च प्रमाण हो जाए। ऐदां दा तुहानूं गुमराह करके इस पासों तोड़न का यतन किया गया। इस करके ये बड़ी अजीब गल है, पंजां प्यारियां की सिरजना करनी, उन्हां पंजां प्यारियां की भिन्न भिन्न जातियां भारत की भिन्न भिन्न दशावां तो इकट्ठा करना, इहदे नाल नाल हर वर्ग के भगत जन की बाणी नूं संगलत करके एक थां ते इकट्ठा करना, इहदे नाल नाल सभे सांझीवाल की गल करनी, इहदे नाल नाल वंड के छकण की गल करनी, धर्म की किरत ठगी ठोरी तो बचना, बिना नशियां तो सारी जिंदगी बतीत करनी, कोई नशा नहीं सिख नूं लाउड, बिल्कुल कोई नशा। मैं ये दुहाई दी है कि ना हिंदू धर्म च नशियां की इजाजत है, ना मुसलमान धर्म च नशियां की इजाजत है, ना सिख धर्म च नशियां की इजाजत है। जबकि इत्थे इन्ने गुरुद्वारे इन्ने डेरे, सब तो ज्यादा जे नशा भी बिकिया तो इस पंजाब विच बिकिया, छोटे च सब तो ज्यादा मोबाइल सेल हुई है इस पंजाब विच, सब तो ज्यादा झूठे परचे इस पंजाब विच दर्ज होए हैं, सब तो ज्यादा बेपत्ती रेप बलात्कार दे केस, छोटी छोटी उम्र दीयां बच्चियां, ये कित्थों आईयां सारियां साडे कोल गल्लां, किस तरीके नाल अज असीं झूठे परचे दर्ज करा करा के 10 बंदियां दे नाम लिखा के उन्हां दे घरां च पिटना पांडे हैं। एक पासे असीं गुरुद्वारे भी जाणदे हैं, एक पासे असीं होर भी दान पुण्य भी करते हैं, ते दूजे पासे असीं जीवन की चाल नहीं बदल पा रहे। इस करके गुरु जी नूं की पसंद है वो तुहानूं बाणी विचों दसणगे। तां अज तुहाडे चरनां 'च जथे वालों बेनती की जाती है भी तुहाडे अंदर मुंडिਆਂ 'च कौमी प्यार होए। सानू भारत विच सारे दोस्तों ये किरपान 9 इंची दी पा के सानू सारे भारत विच फ्लाइट लैंड की अलाउड है, सानू भारत असैंबली विच जाण दी सिखां नूं अलाउड है। तुहानू लोग सरदार जी कहंदे ने, अपनी सरदारी नूं पैरां 'च ना रोलो, बड़े औखे होके तुहानू सरदारी मिली है, बच्चों दीयां कुर्बानियां होईयां, छोटे छोटे बच्चों नूं नेजियां ते टंग दिता, तुहानू मीडिया ने सब कुछ भुला दिता, तुहानू नशियां विच गलतान करके अपने धर्म तो तोड़ के थां थां ते धक्के खाण ते तुसीं पहुंच गए हैं। औलाद दे पक्ष तो तुसीं कमजोर बैठे हैं, एक एक दो दो बच्चे है तुहाडे, वो एक एक बच्चा मर जाता है ते घर खाली होण डिया तुहाडा, ऐसी हालात तुहाडी आ रही है। इस करके मर के मुकना नहीं, मर के रूह ने परलोक जाना, लोग सुखिए परलोक सहेले। जेड़ा हुणे मेरे वीर ने पौड़ी पढ़ी सी कि उत्थे सच्चे ही सच निबड़े, ऐस कचहरी च सच नहीं है, इत्थे झूठ बहुत है, पर रब दी एक कचहरी है जिहदे बारे गुरु पातशाह कहंदे ने, मानसों के दबाणों कोई रस भज निकले, हर दीवानों को किथे जाया। ये बंदियां दी दीवान मैंने कचहरी, ये बंदियां दी कचहरी चो दौड़ भज करके प्रिंसीपल उन्हें मिल के पैसे दे के मोदी दा खून करवा के जां चन्नी दा खून करा लिया,
ਜਾਂ ਕਿਸੇ ਲੀਡਰ ਦਾ ਫੋਨ ਕਰਾ ਲਿਆ, ਜਾਂ ਉਹਦੀ ਘਰ ਦੀ ਨਾਲ ਕੋਈ ਰਿਸ਼ਤਾ ਜੋੜ ਲਿਆ, ਇੱਧਰੋਂ ਉੱਧਰੋਂ ਘੁਮਾ ਕੇ ਇੱਥੇ ਕੰਮ ਹੋ ਸਕਦਾ ਇਸ ਕਚਹਿਰੀ ਵਿੱਚ, ਪਰ ਰੱਬ ਦੀ ਕਚਹਿਰੀ 'ਚ ਕਦੇ ਵੀ ਕੰਮ ਨਹੀਂ ਹੋਏਗਾ। ਖੋਟੇ ਕਾ ਮੁੱਲ ਇੱਕ ਦਗਾਣਾ। ਇਸ ਕਰਕੇ ਪਿਆਰਿਓ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਇਮਾਨਦਾਰ ਤੇ ਮਿਹਨਤੀ ਤੇ ਉੱਚੇ ਜੀਵਨ ਵਾਲੇ ਹੋਣ, ਜੇ ਤੁਸੀਂ ਚਾਹੁੰਦੇ ਹੋ ਸਿੱਖੋ ਤੁਹਾਡੇ ਬਜ਼ੁਰਗਾਂ ਦੀ ਦਸਤਾਰ ਉੱਚੀ ਰਹੇ, ਜੇ ਤੁਸੀਂ ਚਾਹੁੰਦੇ ਹੈ ਕਿ ਦੁਨੀਆ 'ਚ ਸਾਡੀ ਸਿੱਖ ਕੌਮ ਦਾ ਬੋਲਬਾਲਾ ਬਣਿਆ ਰਹੇ ਲੰਮੇ ਸਮੇਂ ਤੱਕ, ਤੇ ਅੱਜ ਤੁਹਾਨੂੰ ਕੁਛ ਨਾ ਸੋਚਣਾ ਪੈਣਾ। ਮੌਤ ਕਿਸ ਹਾਲਤ 'ਚ ਆਣੀ ਹੈ ਇਹ ਤੁਹਾਨੂੰ ਆਪ ਕਦੇ ਵਿਹਲੇ ਬਹਿ ਕੇ ਸੋਚਿਆ ਕਰੋ। ਮੜੀਆਂ 'ਚ ਜਾ ਕੇ, ਜਿੱਥੇ ਅੱਜ ਤੱਕ ਪਿੰਡਾਂ ਦੇ ਲੱਖਾਂ ਬੰਦੇ ਸਮਾ ਗਏ ਐ, ਮੁੜ ਕੇ ਲੱਭੇ ਨਹੀਂ ਹੋ, ਉੱਥੇ ਸਾਨੂੰ ਜਾਣਾ ਪੈਣਾ। ਬਾਬਾ ਫਰੀਦ ਜੀ ਸਾਨੂੰ ਸੰਦੇਸ਼ ਦਿੰਦੇ ਨੇ ਕਿ ਫਰੀਦਾ ਗੌਰ ਨਿਮਾਣੀ ਛੱਡ ਕਰੇ। ਉਹਨਾਂ 'ਚ ਗੌਰ ਕਹਿੰਦੇ ਨੇ, ਤੁਸੀਂ ਮੜੀ ਕਹਿੰਦੇ, ਉਹਨਾਂ ਦੀ ਕਬਰ ਹੁੰਦੀ ਹੈ। ਪਰ ਅੱਜ ਦੁੱਖ ਹੈ ਤੁਸੀਂ ਮੁਸਲਮਾਨਾਂ ਦੀਆਂ ਕਬਰਾਂ ਤੇ ਧੱਕੇ ਖਾਣ ਲੱਗ ਪਏ। ਤੁਹਾਨੂੰ ਆਪਣੇ ਗੁਰੂ ਤੇ ਸਿਦਕ ਨਹੀਂ ਰਿਹਾ। ਤੁਸੀਂ ਥਾਂ ਥਾਂ ਤੇ ਪੰਜਾਬੀ 'ਚ ਪਹਿਲਾ, ਦੁਨੀਆ ਦਾ ਪਹਿਲਾ ਗ੍ਰੰਥ ਜਿਹੜਾ ਪੰਜਾਬੀ 'ਚ ਗੁਰਮੁਖੀ 'ਚ ਲਿਖਿਆ, ਦੁਨੀਆ ਦਾ ਪਹਿਲਾ ਗ੍ਰੰਥ ਜਿਹਨੂੰ ਸਿਰ ਤੇ ਉਠਾਇਆ ਗਿਆ, ਦੁਨੀਆ 'ਚ ਪਹਿਲਾ ਗ੍ਰੰਥ ਜਿਹਨੂੰ ਗੁਰੂ ਦਾ ਦਰਜਾ ਦਿੱਤਾ ਗਿਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹ ਸਿੱਖੋ ਪੰਜਾਬ ਦਿਓ। ਕਸ਼ਮੀਰ 'ਚ ਵੀ ਸਿੱਖਾਂ ਦੇ ਮੁੰਡੇ ਬੈਠੇ ਐ, ਜੰਮੂ 'ਚ ਵੀ ਬੈਠੇ ਐ, ਪਾਕਿਸਤਾਨ 'ਚ ਵੀ ਬੈਠੇ ਐ, ਪਰ ਉਹਨਾਂ 'ਚੋਂ ਕਿਸੇ ਮੁੰਡੇ ਦੀ ਜ਼ਰੂਰਤ ਨਹੀਂ ਜਿਹਦੀ ਦਾੜੀ ਵੀ ਕੱਟੀ ਹੋਏ ਤੇ ਕੇਸ ਕੱਟੇ ਹੋਣ। ਉਹਨੂੰ ਕੋਈ ਸਿੱਖ ਕੁੜੀ ਨਹੀਂ ਦੇਗਾ, ਕੋਈ ਗ੍ਰੰਥੀ ਉਹਦੀਆਂ ਲਾਵਾਂ ਨਹੀਂ ਕਰੇਗਾ ਵੀ ਇਹ ਤਾਂ ਸਿੱਖ ਨਹੀਂ ਹੈ, ਮੈਂ ਗੁਰੂ ਦਾ ਦੋਸ਼ੀ ਬਣੂੰਗਾ ਇਹਦੇ ਕਿਸੇ ਧੀ ਨਾਲ ਜੋੜ ਕੇ ਨਗੁਰੇ ਨੂੰ। ਇਹ ਤੁਹਾਡੇ ਪੰਜਾਬ ਨੂੰ ਅੱਗ ਲੱਗੀ ਹੈ, ਜਿਹਦੇ ਨਾਲ ਅੱਜ ਤੁਹਾਡੇ ਵਾਸਤੇ ਬੜੇ ਵੱਡੀਆਂ ਚੁਣੌਤੀਆਂ ਆ ਰਹੀਆਂ ਨੇ। ਜੇ ਅਸੀਂ ਸਾਰੇ ਬੰਦੇ ਗੁਰੂ ਦੇ ਬਚਨਾਂ ਦੀ ਪਾਲਣਾ ਕਰੀਏ, ਮੁੱਢਲੇ ਬਚਨ, ਜਿਵੇਂ ਹਰ ਬੱਚਾ ਸਕੂਲ 'ਚ ਦਾਖਲ ਹੋ ਕੇ +2 ਤੱਕ ਪੜ੍ਹਨਾ ਜ਼ਰੂਰੀ ਹੈ, ਜਿਵੇਂ ਹਰ ਮੁਸਲਮਾਨ ਦੀ ਸੁਨਤ ਹੋਣੀ ਜ਼ਰੂਰੀ ਹੈ, ਜਿਵੇਂ ਹਰ ਈਸਾਈ ਦਾ ਪਾਣੀ 'ਚ ਗੋਤਾ ਲੈਣਾ ਜ਼ਰੂਰੀ ਹੈ ਧਰਮ ਚਲਾਉਣ ਲਈ, ਜਿਵੇਂ ਹਰ ਹਿੰਦੂ ਦਾ ਜਨੇਊ ਪਾਉਣਾ ਜ਼ਰੂਰੀ ਸੀ, ਐਦੇ ਪਿਆਰਿਓ ਹਰ ਸਿੱਖ ਤੇ ਸਿੱਖਣੀ ਦਾ ਪੀਵੋ ਪਾਹੁਲ ਖੰਡੇ ਧਾਰ। ਇਹ 1699 ਤੋਂ ਇਹ ਸ਼ੁਰੂ ਕੀਤਾ ਗਿਆ ਕੰਮ। ਉਦੋਂ ਖਾਲਸਾ ਪੰਥ ਨੂੰ ਸੰਪੂਰਨ ਕਰ ਦਿੱਤਾ ਗਿਆ। ਉਹ ਤੋਂ ਪਹਿਲਾਂ ਕਈ ਵਾਰ ਦਾਸ ਉਦਾਹਰਣ ਦਿੰਦਾ ਕਿ ਜੇ ਅਸੀਂ ਕੋਈ ਨਵਾਂ ਮਕਾਨ ਤਿਆਰ ਕਰਨਾ ਸ਼ੁਰੂ ਕਰੀਏ, ਕਾਫੀ ਸਮਾਂ ਲੱਗ ਗਿਆ, ਪੁਰਾਣੇ ਮਕਾਨ 'ਚ ਅਸੀਂ ਬੈਠੇ ਰਹੇ, ਉਹ ਇੱਕਦਮ ਛੱਡਿਆ ਨਹੀਂ ਅਸੀਂ। ਜਦੋਂ ਪੂਰਾ ਸਾਡਾ ਮਕਾਨ ਬਣ ਗਿਆ, ਫਿਰ ਅਸੀਂ ਪਹਿਲਾ ਛੱਡਿਆ ਤੇ ਦੂਜੇ ਵਿੱਚ ਪ੍ਰਵੇਸ਼ ਲੈ ਲਿਆ। ਪਹਿਲਾਂ ਅਸੀਂ ਸਨਾਤਨ ਵਿੱਚ ਜੁੜੇ ਸੀ, ਉਹ ਸੀ ਪੁਰਾਣਾ ਮਕਾਨ ਸਾਡਾ। ਫਿਰ ਗੁਰੂ ਪਾਤਸ਼ਾਹ ਨੇ ਇਹ ਬੱਚਿਆਂ ਦੇ ਖੂਨ ਪਾ ਕੇ, ਹੱਡੀਆਂ ਦਾ ਚੂਰਨਾ ਪਾ ਕੇ, ਮਿੱਝ ਪਾ ਕੇ, ਚਰਬੀ ਦੀ ਸਿੱਖਾਂ ਦੇ ਦੀ ਇੱਕ ਨਵਾਂ ਮਕਾਨ ਸ਼ੁਰੂ ਕੀਤਾ, ਜਿਹਨੂੰ ਖਾਲਸਾ ਪੰਥ ਦਾ ਨਾਂ ਦਿੱਤਾ। ਔਰ ਇਹ ਮਕਾਨ, ਤੁਹਾਡਾ ਮਕਾਨ 6 ਮਹੀਨਿਆਂ 'ਚ ਬਣ ਜਾਊਗਾ, 2 ਮਹੀਨਿਆਂ 'ਚ ਬਣ ਜਾਊਗਾ, 10 ਦਿਨਾਂ 'ਚ ਵੀ ਬਣ ਜਾਊਗਾ। ਪਰ ਇਹ ਖਾਲਸਾ ਪੰਥ ਦਾ ਜਿਹੜਾ ਉਸਾਰੀ ਕੀਤੀ ਗਈ, ਇਹਨੂੰ 243 ਸਾਲ ਲੱਗੇ। 243 ਚ ਇਹਨੂੰ ਕੰਪਲੀਟ ਕਰ ਦਿੱਤਾ ਗਿਆ। ਉਦੋਂ ਸਾਨੂੰ ਹੁਕਮ ਦਿੱਤਾ ਗਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਅੱਜ ਤੋਂ ਗੁਰੂ ਗ੍ਰੰਥ ਨੂੰ ਗੁਰੂ ਮੰਨ ਲਿਓ, ਬੰਦੇ ਨੂੰ ਗੁਰੂ ਨਾ ਕਿਸੇ ਨੂੰ ਮਨਾ ਲਿਓ। ਸਿੱਖੋ, ਤੁਸੀਂ ਤਾਂ ਚੱਕਰ 'ਚ ਪੈ ਜਾਓਗੇ, ਤੁਹਾਡੀ ਤਾਕਤ ਖੇਰੂ ਖੇਰੂ ਹੋ ਜਾਏਗੀ। ਕੋਈ ਕਿਸੇ ਨੂੰ ਗੁਰੂ ਕਹੇ ਜਾਏਗਾ, ਕੋਈ ਕਿਸੇ ਨੂੰ ਗੁਰੂ ਕਹੇ ਜਾਏਗਾ। ਤੁਸੀਂ ਇਕੱਠੇ ਹੋਵੋਗੇ, ਜਿਵੇਂ ਸਾਰੇ ਮੁਸਲਮਾਨ ਅੱਲਾਹੂ ਅਕਬਰ ਕਹਿ ਕੇ ਇਕੱਠੇ ਨੇ, ਏਦਾਂ ਤੁਸੀਂ ਸਾਰਿਆਂ ਨਾਲ ਇਕੱਠੇ ਰਹਿਣਾ। ਬੋਲੇ ਸੋ ਨਿਹਾਲ ਕਹਿ ਕੇ, ਸਤਿ ਸ੍ਰੀ ਅਕਾਲ ਕਰਕੇ। ਆਪ ਆਪਣੇ ਸਿਧਾਂਤ ਹੁੰਦੇ ਨੇ, ਉਹ ਸਲਾਮ ਅਲੈਕਮ ਮੁਸਲਮਾਨ ਕਹਿਣਗੇ। ਉਹ ਸਿੱਖੋ, ਤੁਸੀਂ ਜਦੋਂ ਇੱਕ ਦੂਜੇ ਨੂੰ ਮਿਲੋਗੇ, ਤੁਸੀਂ ਇੱਕੋ ਗੱਲ ਕਹਿਣੀ ਹੈ, ਹੋਰ ਬਹੁਤੀਆਂ ਗੱਲਾਂ ਨਹੀਂ ਕਰਨੀਆਂ। ਕਿਉਂਕਿ ਮੈਂ ਤੁਹਾਨੂੰ ਇਹ ਸੰਦੇਸ਼ ਦੇਣ ਡਿਆ ਕਿ ਅਰਦਾਸ ਬਣਾਤੀ ਅਸੀਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਆਗੇ ਆਵਤ ਸਿੰਘ ਜੋ ਆਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਉਹਨਾਂ ਦੀ ਸਲਾਮ ਅਲੈਕਮ, ਉਹਨਾਂ ਦਾ ਰਾਮ ਰਾਮ ਨਮਸਤੇ ਮੁਬਾਰਕ ਹੈ। ਅਸੀਂ ਕਿਸੇ ਕੌਮ ਨੂੰ ਮਾੜਾ ਨਹੀਂ ਕਵਾਂਗੇ, ਪਰ ਅਸੀਂ ਆਪਣੇ ਘਰ ਨੂੰ ਸੰਭਾਲ ਕੇ ਬੈਠਾਂਗੇ, ਤਾਂ ਕਿ ਸਾਡੇ ਘਰ ਦੇ ਵਿੱਚ ਵੀ ਅੱਗੇ ਤੋਂ ਇਸ ਤਰੀਕੇ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ, ਉਹਨਾਂ ਨੂੰ ਤਲਾਂਜਲੀ ਦੇ ਕੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਕੌਮ ਨੂੰ ਅੱਗੇ ਲੈ ਕੇ ਯਤਨ ਕਰੀਏ। ਜੇ ਅਸੀਂ ਬਾਬਿਆਂ ਦੇ ਡੇਰਿਆਂ ਦੇ ਪੈਸੇ ਪਾਏ, 15-15 ਕਿੱਲੇ ਨਹੀਂ ਖਰੀਦੇ ਤੁਹਾਡੇ ਪੈਸਿਆਂ ਨਾਲ, ਤੁਸੀਂ ਸਕੂਲ ਜਿਹੜੇ ਪ੍ਰਾਈਵੇਟ ਲਾਗੂ ਕੀਤੇ,
ਤੁਸੀਂ ਜਿਹੜੇ ਸਰਕਾਰੀ ਹਸਪਤਾਲ ਫੇਲ ਕਰਕੇ ਪ੍ਰਾਈਵੇਟ ਹਸਪਤਾਲਾਂ ਨੂੰ ਪ੍ਰਧਾਨਤਾ ਦਿੱਤੀ, ਹੁਣ ਤੁਹਾਡੀ ਹਾਲਤ ਬਦਲਣ ਲੱਗ ਗਈ ਹੈ। ਤੁਸੀਂ ਕੱਪੜਿਆਂ 'ਚ ਫੈਸ਼ਨ 'ਚ ਪੈਸਾ ਬਰਬਾਦ ਕਰ ਦਿੱਤਾ। ਇਹਦੇ ਨਾਲ ਤੁਸੀਂ ਹੋਰ ਜਿਹੜੇ ਬਿਨ ਲੋੜ ਤੋਂ ਘਰਾਂ ਵਿੱਚ ਸਮਾਨ ਇਕੱਠਾ ਕਰਕੇ ਤੁਸੀਂ ਪੈਸਾ ਬਰਬਾਦ ਕਰ ਲਿਆ। ਪੈਲਸਾਂ 'ਚ ਤੁਸੀਂ ਪੈਸਾ ਬਰਬਾਦ ਕਰ ਦਿੱਤਾ। ਨਸ਼ਿਆਂ 'ਚ ਤੁਸੀਂ ਪੈਸਾ ਬਰਬਾਦ ਕੀਤਾ। ਇੱਕ ਥਾਂ ਨਹੀਂ, ਤੁਸੀਂ ਕੋਰਟਾਂ ਵਿੱਚ ਵੀ ਪੈਸਾ ਬਰਬਾਦ ਕੀਤਾ। और तुसी थाणियां विच भी पैसा बर्बाद किया, तुसी कचहरियां विच भी जाके तहसीलों विच भी जाके पैसा बर्बाद किया होया। जे देश विच नहीं सारी दुनिया विच हर धर्मां दे 5 सांझे कानून ने। पहला कानून है कोई भी बंदा झूठ ना बोले, ये पहला कानून है सारी दुनिया के धर्मां विच। दूसरा कानून है कि कोई भी बंदा कदे किसी का बुरा ना करे, कोई भी बंदा कदे भी किसी का बुरा ना करे, भला करे। तीसरा कानून है सारे धर्मां दा भी कोई भी बंदा नशा ना ले। बंदियां वास्ते नशा नहीं सी बने, ये माड़े मोटे जिहड़े नशे सन दवाइयां च पा के इहदी ठीक वरतों करके कुछ लोगों के रोग ठीक करने वास्ते बनी सी चीज़ां, ये पीण वास्ते नहीं सी इदां बणियां। इस करके फिर एक होर सारे धर्मां की सांझी गल है कि जिन्ना चिर तक कुड़ी ते मुंडे की शादी नहीं होंदी, आनंद कारज नहीं हुंदा, उन्ना चिर कुड़ी ते मुंडा अपने शरीर नूं दूजे दी किसी मर्द की अमानत समझ के उन्हें संभाल के रखे, ते लड़की अपने किसी लड़का किसी होर अपनी जिहड़ी उहदी पत्नी बननी उहदे वास्ते जत सत पक्का करके रखे। जिदन दोहां दा संबंध जुड़ जाए उस तो बाद वो कदे इधर नूं ना झाके कुड़ी ते वो बंदा कदे इधर नूं ना झाके। एक कानून है धर्मां विच सारियां विच, पर अज सारे कानून छिक्के ते टंग दिते गए। अग ला दी गई फिल्मां नाल, अग ला दी गई पंजाब दे गंदे गाणियां नाल। जिन्ने गंदे गाने पंजाब च बजे कदे भी हजे मैं ना जिहड़े लागे साडे हिमाचल है उत्थों दे लोग फिर भी हजे कोई साऊ ने। जिन्ने लोग ज़्यादा पढ़े लिखे होए अदा पंजाब तक पढ़ाई भी खत्म हो गई, ये तो मुंडे नकलां मार के पास होंदे ने प्यारिओ। इस करके जथे वालों तुहानू हथ जोड़ के बेनती हुंदी है कि असी जिथे अगले पासे कुड़ी तोरनी है उत्थे बाणी पढ़ते होण, वो घर विच कहंदे ने मेरे वीरां ने कहा पीवो पौहल खंडे धार होए जन्म। हुण जेड़े घर विच झूठ नहीं है, जेड़े घर च ठगी दी कमाई नहीं है, जेड़े घर च कोई भी नशा नहीं है, जेड़े घर च सारियां कुड़ियां मुंडे इकट्ठे होकर नितनेम गुरुद्वारे जाते हैं, किसी कबर ते नहीं जाते, किसी वो बाबे कोल नहीं जाते, राजनीतिक दी किसी दी परवाह नहीं करते, जेड़े घर विच 2 टाइम का पूरा नितनेम होकर अरदास होकर सारे काम होंदे ने, जेड़े घर दियां कुड़ियां नूं कपड़े पाउण दी अकल आ गई है, किस तरीके नाल सिर ढकना अकल आ गई है, वो घर दा आपे जन्म की हो जाना, सहेला हो जाना। होए जन्म सहेला तां बनना। कली मैं नहीं कहना भी कली तुसी कृपान पा ली है, जे कछहरा पा लिया, बाकी सारा कुछ वो छड्ड जेड़े गुरु वालों। बाकी सिक्खी के 2 पहलू ने, एक है बाहर दी सिक्खी, दूसरी है अंदर दी सिक्खी। अंदर दी सिक्खी गुरु नानक तो प्रफुल्लित की गई, अंदरली सिक्खी नूं संभाल के रखने लिए गुरु गोबिंद सिंह ने बाहर दी सिक्खी एक रहत त्यौहार दोती, जिहड़ी मुसलमानां विच भी एक शरीयत है, हिंदुआं दी भी एक शरह सी, एक ईसाइयां दी शरह बनी सी, एक साडे गुरु पंथ नूं भी एक शरह बनानी पई जिन्हों आपां शरीयत करके जाने। ये साडी शरह है कि असीं 5 कक्के रखने हैं, एक दूजे नूं फतेह बुलानी है, श्री गुरु ग्रंथ साहिब तो बिना किसी अगे सिर नहीं झुकाना, इहदे नाल नाल कदे भी नशियां दा सेवन नहीं करना। ये अंदर दीयां गल्लां शुरू हो जाणियां हुण। कदे किसी दा बुरा नहीं करना, झूठ नहीं बोलना, ठगी ठोरी नहीं करनी, किसी की इज्जत ते भारू नहीं होना, हो सकता किसी की इज्जत बचानी है। ये भारत विच तुसी कृपान पा के जिथे मेरे नौजवान अज मेरे नाई वीरां कोल जाके अपनी सिक्खी नूं तिलांजलि दे के बैणियां च रोड़ रहे ने, जिथे मेरियां धीआं अपने केस सीधे करा के हीट लवा लवा के उन्हां पुठे सीधे कर रहीआं ने, भरभट्टे कटा रहीआं ने। उत्थे प्यारो भारत दे संविधान विच कोई सिख दी दाड़ी या केसां दी बेअदबी करे, सिखणी दी करे, पर सिख सिखणी कोल 5 कक्के जरूर होण, पौड़ छकी होए पखंडी ना होण। उस बंदे दी दाड़ी केस कृपान दस्तार दी कोई बंदा बेअदबी करे, वो बंदे नूं हजे भी भारत विच 2 साल दी सजा दित्ती जांदी है, 2 साल दी। हुण ये बदल देण कानून,
ਤੇ ਮੈਂ ਨਹੀਂ ਕੁਝ ਵੀ ਕਹਿ ਸਕਦਾ। ਹਜੇ ਤੱਕ ਇੰਨਾ ਕਾਨੂੰਨ ਤੁਹਾਡੇ ਹੱਕ 'ਚ ਹੈ ਸਿੱਖੋ। ਇਹ ਵੀ ਇੱਕ ਕਾਨੂੰਨ ਤੁਹਾਡੇ ਹੱਕ 'ਚ ਹੈ ਕਿ ਸਿੱਖਾਂ ਦਾ ਗੁਰੂ ਵਿਅਕਤੀਗਤ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਇਹਨਾਂ ਤੇ ਕੇਸ ਲੜ ਸਕਦੇ ਨੇ, ਇਹਨਾਂ ਤੇ ਕੇਸ ਕੀਤਾ ਜਾ ਸਕਦਾ। ਅੱਜ ਤੁਹਾਡੇ ਗ੍ਰੰਥ ਸਾਹਿਬ ਦੀ ਬੇਅਦਬੀ ਪਿੰਡੋਂ ਪਿੰਡੀ ਹੋਣ ਲੱਗੀ ਹੈ। ਕਿਉਂ ਹੋਣ ਲੱਗੀ ਹੈ? ਕਿਉਂਕਿ ਤੁਸੀਂ ਬਿਲਕੁਲ ਧਰਮ ਤੋਂ ਅਵੇਸਲੇ ਹੋ ਗਏ ਹੈ। ਗੁਰਦੁਆਰੇ ਬੜੇ ਬਣਾਤੇ ਹੈ, ਪਰ ਕੋਈ ਗ੍ਰੰਥੀ ਚੰਗਾ ਨਹੀਂ ਰੱਖਿਆ। ਉਹਦੇ 'ਚ ਸਿੱਖੀ ਦੀ ਜਜ਼ਬਾਤ ਨਹੀਂ ਦੇਖੇ ਗਏ, ਉਹਦੀ ਇੰਟਰਵਿਊ ਨਹੀਂ ਲਈ ਗਈ, ਉਹਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ, ਉਹਦਾ ਕੋਈ ਵੀ ਰਿਸਪੈਕਟ ਨਹੀਂ ਤੁਸੀਂ ਕੀਤਾ, ਜਿਹਦੇ ਕਰਕੇ ਅੱਜ ਤੁਹਾਡਾ ਕੋਈ ਵੀ ਮੁੰਡਾ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਰਿਹਾ। ਤੇ ਜੇ ਤੁਹਾਡੇ ਮੁੰਡੇ ਗ੍ਰੰਥੀ ਨਹੀਂ ਬਣਨਗੇ, ਫਿਰ ਮੁਸਲਮਾਨ ਆ ਕੇ ਗ੍ਰੰਥੀ ਤੁਹਾਡੇ ਬਣਨਗੇ। ਇਸ ਕਰਕੇ ਅੱਜ ਤੁਹਾਨੂੰ ਇਹ ਗੱਲਾਂ ਸਮਝਣ ਦੀ ਲੋੜ ਹੈ। ਆਪਣੇ ਪਿੰਡਾਂ 'ਚ ਇੱਕ ਵਧੀਆ ਗੁਰਦੁਆਰਾ ਸਾਹਿਬ ਤਿਆਰ ਰੱਖੋ, ਉਹਦਾ ਚੰਗਾ ਦੀਵਾਨ ਹਾਲ ਬਣਾਓ, ਨਾਲ ਲੰਗਰ ਹਾਲ ਬਣਾਓ। ਪਹਿਲਾ ਮਿਸ਼ਨ ਹੈ ਸਿੱਖ ਜਿੱਥੇ ਗੁਰਦੁਆਰੇ ਦੇ ਨਾਲ ਲੰਗਰ ਹਾਲ ਬਣਦਾ ਆ। ਇਹ ਤੋਂ ਪਹਿਲਾਂ ਕਿਸੇ ਨਾਲ ਇਹ ਨਹੀਂ ਬਣਿਆ। ਇਹ ਪਹਿਲਾ ਤੁਹਾਡਾ ਧਰਮ ਹੈ ਸਿੱਖੋ, ਜਿਹਦਾ ਧਰਮ ਦਾ ਚਿੰਨ੍ਹ ਸਭ ਤੋਂ ਉੱਚਾ ਦੁਨੀਆ ਤੇ ਅਮਰੀਕਾ ਤੇ ਝੁਲਦਾ, ਉਹ ਕੈਨੇਡਾ 'ਚ ਝੁਲਦਾ। ਕਿਸੇ ਵੀ ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਤੇ ਨਹੀਂ ਚੜਾਇਆ ਜਾਂਦਾ। ਤੁਹਾਡਾ ਕੇਸਰੀ ਨਿਸ਼ਾਨ, ਜਿੱਥੋਂ ਤੱਕ ਵੀ ਤੁਹਾਡੇ ਭਰਾ ਬੈਠੇ ਨੇ ਉਹ ਵੀ ਤੁਹਾਡੇ ਭਰਾ ਨੇ। ਜਿਹੜੀ ਬਾਹਰਲਿਆਂ ਦੇਸ਼ਾਂ ਵਿੱਚ ਨਹੀਂ, ਹਿਮਾਲਿਆ ਤੇ ਜਾ ਕੇ 7 ਝੰਡੇ ਗੱਡੇ ਹੋਏ ਹੈ, ਜਿੱਥੇ ਹੇਮਕੁੰਡ ਜਾਂਦੇ ਆ। ਉਸ ਬਰਫ਼ ਦੇ ਪਹਾੜ ਦੇ ਉੱਤੇ ਸਿੱਖਾਂ ਨੇ ਚੜ੍ਹ ਕੇ ਆਪਣਾ ਇੱਕ ਸਾਡਾ ਨਿਸ਼ਾਨ ਹੈ ਧਰਮ ਦਾ। ਤੁਹਾਨੂੰ ਕੱਖ ਨਹੀਂ ਪਤਾ ਵੀ ਕਿਸ ਨਿਸ਼ਾਨ ਸਾਹਿਬ ਦੀ ਕੀ ਅਹਿਮੀਅਤ ਹੈ, ਇਹਨੂੰ ਕਿਸ ਰੰਗ ਦਾ ਚੋਲਾ ਦੇਣਾ ਹੈ, ਕੱਖ ਨਹੀਂ ਦੱਸਿਆ ਗਿਆ ਹੈ। ਗ੍ਰੰਥੀ ਦੀ ਸਾਰੀ ਜ਼ਿੰਮੇਵਾਰੀ ਸੀ, ਇਹਨਾਂ ਕੀਰਤਨੀਆਂ ਦੀ ਜ਼ਿੰਮੇਵਾਰੀ ਸੀ ਤੁਹਾਨੂੰ ਜਾਗਦੇ ਰੱਖਣਾ। ਜੇ ਸੌਂਦੇ ਤਾਂ ਤੁਹਾਨੂੰ ਇਹਨੇ ਜਗਾਣਾ, ਪਰ ਮੁਸ਼ਕਿਲ ਇਹ ਹੈ ਨਹੀਂ ਵੀ ਤੁਹਾਨੂੰ ਜਗਾਉਣ ਦਾ ਜ਼ਿਆਦਾ ਯਤਨ ਨਹੀਂ ਕੀਤਾ। ਵੀ ਚਲੋ ਇਹ ਪਹਿਲਾਂ ਕੰਮ ਚੱਲਦਾ ਰਿਹਾ, ਬਾਹਮਣ ਨਾਲ ਵਿਆਹ ਪੜ ਦੇਣੇ, ਬਾਹਮਣ ਨਾਲ ਜਿਹੜੇ ਮਾੜੇ ਮੋਟੇ ਸਰਾਧ ਕਰਾ ਦੇਣੇ, ਜਾਂ ਬਾਹਮਣ ਨਾਲ ਪਿੰਡ ਪੱਤਲ ਸਿੱਧੇ ਮੁੱਦੇ ਕਰਾ ਦੇਣੇ, ਤੇ ਨਾਲ ਮੱਸਿਆ ਸਕਰਾਨ ਦੱਸ ਦੇਣੀ, ਥੋੜੇ ਜਿਹੇ ਦਾਣੇ ਲੈ ਜਾਣੇ ਤੇ ਖੀਰ ਖੂਰ ਬਣਾ ਕੇ ਛਕ ਜਾਣੀ। ਤੇ ਸਾਨੂੰ ਬੁੱਧੂਆਂ ਨੂੰ ਚੱਕਰ 'ਚ ਪਾ ਛੱਡਿਆ। ਮੰਗਲਵਾਰੀ ਇੱਧਰ ਨੂੰ ਨਹੀਂ ਕਰਨਾ, ਵੀਰਵਾਰੀ ਸਿਰ ਨਹੀਂ ਨਹਾਣਾ, ਐਸੀ ਜ਼ਮੀਨ ਜੋ ਸੁੱਤੀ ਪਈ ਹੈ, ਆ ਤਾਰਾ ਡੁੱਬ ਗਿਆ, ਵਿਆਹ ਨਹੀਂ ਪੜਨੇ, ਹੁਣ ਇਸ ਕਿਸੇ ਦੇ ਵੀ ਪਤਾ ਨਹੀਂ ਕੀ ਹੋ ਜਾਣਾ। ਐਦਾਂ ਦੀਆਂ ਗੱਲਾਂ 'ਚ ਫਸਾ ਕੇ ਸਾਡਾ ਹਰ ਟਾਈਮ ਸਹਿਮੇ, ਡਰੇ, ਘਬਰਾਏ। ਇਹ ਤੁਹਾਡਾ ਡਰ ਚੁੱਕਿਆ ਗੁਰੂ ਨਾਨਕ ਨੇ। ਅੱਜ ਤੁਸੀਂ ਉਹਦੇ ਨਾਲ ਵੀ ਜ਼ਿਆਦਾ ਡਰੇ ਆ। ਇਹ ਬਾਬੇ ਕੋਲ ਡਰ ਲੱਗਦਾ ਵੀ ਜੇ ਬਾਬੇ ਨੂੰ ਕੁਝ ਕਹਿ ਦਿੱਤਾ ਫਿਰ ਪਤਾ ਨਹੀਂ ਚਾਹੇ ਝੂਠਾ ਹੈ ਚਾਹੇ ਸੱਚਾ ਹੈ। ਸੱਚੇ ਤਾਂ ਬਹੁਤ ਘੱਟ ਲੱਭਣੇ, ਝੂਠੇ ਬਹੁਤ ਮਿਲ ਜਾਣੇ ਆ। ਤੇ ਉਹ ਤੋਂ ਡਰ ਗਏ ਤੁਸੀਂ, ਮੁਸਲਮਾਨਾਂ ਦੀ ਕਬਰ ਤੋਂ ਵੀ ਡਰ ਗਏ ਤੁਸੀਂ। ਆ ਜਿਹੜੇ ਪਿੰਡਾਂ 'ਚ ਫਿਰਦੇ ਹੁੰਦੇ ਲਾਲ ਜੇ ਝੱਗੀਆਂ ਪਾ ਕੇ, ਜੇ ਉਹਨਾਂ 'ਚ ਬਹੁਤੀ ਕਰਾਮਾਤ ਹੈ ਕਿਤੇ ਬਹਿ ਕੇ ਖਾ ਲੈਣ, 2 ਰੋਟੀਆਂ ਮਿਲ ਜਾਊਗੀਆਂ। ਉਹ ਜਿਹੜੇ ਆਪੇ ਘਰੋਂ ਬੇਘਰ ਹੋ ਕੇ ਤੁਰੇ ਫਿਰਦੇ ਨੇ, ਤੁਸੀਂ ਉਹਨਾਂ ਕੋਲ ਡਰ ਗਏ। ਮੈਨੂੰ ਇੱਥੇ ਕੁੜੀ ਨੇ ਦੱਸਿਆ ਸੇਖਵੀਂ, ਇੱਕ ਪੱਕਾ ਬੰਦਾ ਆਂਦੀ ਮੇਰੇ ਪਿਓ ਦੀ ਦੁਕਾਨ ਤੇ ਆਂਦਾ ਹੁੰਦਾ ਸੀ, ਉਹਨੂੰ 2-4 ਗੱਲਾਂ ਕਹਿ ਦੇਣੀਆਂ ਕਿ ਝੱਗਾ ਜਾਂ ਨਿਵਾਂ ਜਿਹਾ ਪਾਇਆ ਹੁੰਦਾ, ਉਹਨੂੰ 2-4 ਗੱਲਾਂ ਕਹਿਣੀਆਂ ਵੀ ਤੇਰੇ ਤੇ ਬੜਾ ਭੌੜਾ ਟਾਈਮ ਆ ਰਿਹਾ, ਐਵੇਂ ਡਰਾ ਦੇਣਾ। ਔਰ ਸਾਡੀ ਸੰਗਤ ਵਿੱਚ ਇੱਕ ਬੰਦਾ, ਉਹ ਕਿਤੇ ਚਲੇ, ਉਹਨੂੰ ਕਿਸੇ ਨੇ ਕਿਹਾ ਵੀ ਫਲਾਨਾ ਬਾਬਾ ਬੜਾ ਤਗੜਾ, ਉਹ ਤੁਸੀਂ ਐਦਾਂ ਫਸੇ ਪਏ ਹੋ। ਉਹ ਵੀ ਵਿਚਾਰਾ ਚਲੇ ਗਿਆ, ਆਂਦਾ ਇਹ ਨਿਸ਼ਕਾਮ ਕੀਰਤਨੀ ਜਿਹਦਾ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਇਹ ਤਾਂ ਬਹੁਤੀ ਕੰਮ ਠੀਕ ਨਹੀਂ ਹੋਣ ਡਿਆ। ਉਹਦੇ ਕੋਲ ਜਹਾਜ਼ ਵੜਿਆ, ਉਹਨੂੰ ਜਾਂਦੇ ਨਾਲ ਡਰਾਤਾ, ਆਂਦਾ ਤੇਰੇ ਤਾਂ ਬਹੁਤ ਔਖਾ ਟਾਈਮ ਆ ਗਿਆ, ਤੂੰ ਬੜਾ ਟਾਈਮ ਸੇ ਪਹੁੰਚ ਗਿਆ। ਆਂਦਾ ਕੀ ਗੱਲ? ਆਂਦਾ ਤੇਰਾ ਐਕਸੀਡੈਂਟ ਹੋਣਾ ਸੀ ਮੋਟਰਸਾਈਕਲ ਦਾ। ਆਂਦਾ ਫਿਰ ਹੁਣ ਕਿੱਦਾਂ ਠੀਕ ਹੋ ਸਕਦਾ? ਆਂਦਾ ਜਿੰਨੀ ਛੇਤੀ ਵਿਕਦਾ, ਆਪਣਾ ਬੰਦਾ ਖੜਾ ਕਰਕੇ 5000 ਦਾ ਮੋਟਰਸਾਈਕਲ ਵਿਕਾਤਾ। ਆਂਦਾ ਜਿੰਨੀ ਛੇਤੀ ਵਿਕਦਾ ਵੇਚ ਦੇ। ਆਂਦਾ ਯਾਰ ਮੇਰਾ ਮਨ ਨਹੀਂ ਟਿਕਦਾ। ਆਂਦਾ ਤੇਰਾ ਮਨ ਮੈਂ ਆਪਣੇ ਕੋਲ ਕੱਢ ਕੇ ਰੱਖ ਲਊਂਗਾ, ਤੈਨੂੰ ਟੈਂਪਰੇਰੀ ਘਪਾ ਦੂੰਗਾ ਥੋੜੇ ਦਿਨਾਂ ਨੂੰ, ਥੋੜੇ ਦਿਨੋਂ ਤੇਰੇ ਵਾਲਾ ਮਨ ਮੈਂ ਵਧੀਆ ਬਣਾ ਕੇ ਫਿਰ ਤੇਰੇ 'ਚ ਫਿੱਟ ਕਰ ਦੂੰਗਾ। ਲੈ ਉਹ ਬੰਦਾ ਉਹਦੇ ਚੱਕਰ 'ਚ ਪੈ ਗਿਆ। ਇਸ ਤਰੀਕੇ ਨਾਲ ਤੁਹਾਨੂੰ ਗੁੰਮਰਾਹ ਕੀਤਾ ਜਾਂਦਾ। ਇਹ ਮਨ ਦੇ ਨਾਮ ਲਿਆ ਹੈ ਮੋਲ, ਇਹ ਮਨ ਗੁਰੂ ਨੂੰ ਦੇਣਾ। ਤੁਸੀਂ ਇੱਥੇ ਕੱਪੜੇ ਸ਼ਿੰਗਾਰ ਕਰਕੇ ਨਹੀਂ ਆਣਾ, ਇੱਥੇ ਤੁਸੀਂ ਕੁਝ ਲੈਣ ਆਏ ਹੋ। ਇੱਥੇ ਨਿਮਰਤਾ ਪੂਰਵਕ ਆਣਾ। ਤੁਸੀਂ ਲੈਣਾ ਕੀ ਹੈ, ਦੇਣਾ ਕੀ ਹੈ? ਔਗਣਾਂ ਦੀ ਪੰਡ ਇੱਥੇ ਛੱਡਣੀ ਹੈ ਤੇ ਗੁਣਾਂ ਦਾ ਗ੍ਰਹਿਣ ਕਰਕੇ ਲੈ ਕੇ ਜਾਣਾ ਹੈ। ਇਸ ਕਰਕੇ ਪਿੰਡ ਦੇ ਗੁਰਦੁਆਰੇ ਸਵੇਰੇ ਬੈਠੋ, ਸਾਰੇ ਮੁੰਡੇ
ਖੰਡੇ ਦੀ ਜਿਵੇਂ ਉਹ ਸਾਰੇ ਮੁਸਲਮਾਨ ਸੁਨਤ ਕਰਾਉਂਦੇ ਨੇ, ਆਹ ਕਾਦੀਆਂ ਜਾ ਕੇ ਦੇਖੋ ਤੁਹਾਡੇ ਲਾਗੇ ਹੈ ਕਿਸ ਤਰੀਕੇ ਨਾਲ ਅਹਿਮਦੀਆ ਜਮਾਤ ਹਜੇ ਜਿਹੜੇ ਪੂਰੇ ਮੁਸਲਮਾਨ ਨੇ ਉਹ ਇਹਨਾਂ ਨੂੰ ਹਜੇ ਆਪਣੇ ਤੋਂ ਸੈਪਰੇਟ ਕਰਦੇ ਨੇ। ਨਮਾਜ਼ਾਂ ਇਹ ਪੂਰੀਆਂ ਪੜ੍ਹਦੇ ਨੇ, ਕੁਰਾਨ ਦੀ ਪੂਰੀ ਤਲਾਵਤ ਕਰਦੇ ਨੇ, ਕੁਰਾਨ ਦੀ ਲੈਂਗੁਏਜ ਹੀ ਨਹੀਂ ਕੀਤੀ ਹੈ, ਪਰ ਇੱਕ ਬੰਦੇ ਨੂੰ ਥੋੜਾ ਜਿਹਾ ਜ਼ਿਆਦਾ ਪ੍ਰੈਫਰੈਂਸ ਦੇਣ ਲੱਗ ਪਏ ਸੀ ਮਿਰਜ਼ਾ ਗੁਲਾਮ ਅਹਿਮਦ ਨੂੰ, ਤੇ ਇਹਨਾਂ ਦਾ ਨਾਂ ਅਹਿਮਦੀਆ ਜਮਾਤ ਰੱਖਿਆ ਗਿਆ। ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਮੁਸਲਮਾਨਾਂ ਦੀਆਂ ਕੰਟਰੀਆਂ 'ਚ ਜਾਣ ਨਹੀਂ ਦਿੱਤਾ ਜਾਂਦਾ ਵੀ ਆਪਣੇ ਮਿਸ਼ਨ ਬਣਾ ਕੇ ਬਹਿ ਗਏ। ਤੁਹਾਡੇ ਇੱਕ ਨਹੀਂ, ਤੁਹਾਡੇ ਹਜ਼ਾਰਾਂ ਮਿਸ਼ਨ ਸਿੱਖਾਂ ਦੇ ਬਣੇ ਹੋਏ ਨੇ। ਇਸ ਕਰਕੇ ਅੱਜ ਸਾਨੂੰ ਲੋੜ ਹੈ ਸਾਰੇ ਜਾਗੀਏ, ਧੀਆਂ ਵੀ ਇਸ ਗੱਲ ਨੂੰ ਤਕੜੀਆਂ ਹੋ ਕੇ ਚੁੱਕੋ। ਤੁਹਾਡੀ ਕੁੱਖ ਚੋਂ ਬੱਚੇ ਨਿਕਲਣੇ ਹੈ, ਉਹ ਬੱਚੇ ਕਿੰਨੇ ਕੁ ਵਧੀਆ ਹੋਣੇ ਚਾਹੀਦੇ, ਕਿੰਨੇ ਅਖਲਾਕੀ ਹੋਣੇ ਚਾਹੀਦੇ, ਕਿੰਨਾ ਕੁ ਉਹਨਾਂ ਦਾ ਵਿੱਚ ਤੁਹਾਡੇ ਸੇਵਾ ਕਰਨ ਦੀਆਂ ਭਾਵਨਾਵਾਂ ਹੋਣੀਆਂ ਚਾਹੀਦੀਆਂ, ਕਿਸ ਤਰੀਕੇ ਨਾਲ ਉਹਨਾਂ 'ਚ ਕੌਮੀ ਪਿਆਰ ਤੁਸੀਂ ਪੈਦਾ ਕਰਨਾ ਹੈ ਤਾਂ ਕਿ ਉਹ ਬੱਚੇ ਅਗਲੇ ਬੱਚਿਆਂ ਤੱਕ ਆਪਣੀ ਕੌਮ ਦਾ ਵਿਰਸਾ ਲੈ ਕੇ ਜਾਣ, ਉਹ ਅਗਲੀ ਤੱਕ ਲੈ ਕੇ ਜਾਣ। ਫਿਰ ਸੀਨਾ ਮਸੀਨਾ ਜਿੱਦਾਂ ਬੁੱਢੇ ਦੀ ਜ਼ਮੀਨ ਗਾਂ ਵੱਧਦੀ ਜਾਂਦੀ ਹੈ, ਬੁੱਢੇ ਦੀ ਜ਼ਮੀਨ ਤਾਂ ਜੇ ਬੁੱਢੇ ਦੇ 6 ਮੁੰਡੇ ਹੋਏ ਤਾਂ ਘਟ ਵੀ ਜਾ ਰਹੀ ਹੈ, ਤੇ ਗੁਰੂ ਦਾ ਮਿਸ਼ਨ ਤਾਂ ਇਹਦਾ ਆਂਦੇ ਨੇ ਵੀ ਇਹ ਕਦੇ ਵੀ ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ, ਇਹ ਵੱਧਦਾ ਹੀ ਜਾਣਾ ਮਿਸ਼ਨ ਜਿੰਨਾ ਵੀ ਇਹਨੂੰ ਵਧਾਉਂਗੇ। ਇਹ ਨਹੀਂ ਵੀ ਜੇ 6 ਮੁੰਡੇ ਹੋ ਗਏ ਤਾਂ ਹੁਣ ਜ਼ਮੀਨ ਘਟ ਜਾਣੀ ਹੈ, ਇਹ ਮਿਸ਼ਨ ਹੈ ਗੁਰੂ ਦਾ। ਇਹਨੂੰ ਲੈ ਕੇ ਚੁੱਕੋ ਸਾਰੇ ਨੌਜਵਾਨ, ਔਰ ਤੁਹਾਡੇ ਅੰਦਰ ਰਾਤ ਨੂੰ ਸੋਚ ਕੇ ਦੇਖਿਆ ਕਰੋ ਕਿ ਮੈਂ ਸਿੱਖ ਕੌਮ ਵਾਸਤੇ ਕੀ ਕੀਤਾ ਹੈ, ਮੈਂ ਆਪਣੇ ਘਰ ਵਾਸਤੇ ਕੋਈ ਕੰਮ ਕਰਦਾ, ਨੌਕਰੀ ਕਰਦਾ, ਬਾਈਜ ਕਰਦਾ, ਮੈਂ ਮੇਰੇ ਬੱਚੇ ਸੁਖੀ ਬਸਣ, ਮੈਂ ਆਪਣੀ ਕੋਈ ਬੱਚਿਆਂ ਦੇ ਨਾਲ ਨਾਲ ਕੋਈ ਰਿਸ਼ਤੇਦਾਰਾਂ ਦਾ ਕੋਈ ਜ਼ਿੰਮੇਵਾਰੀ ਛੋਟੀ ਮੋਟੀ ਨਿਭਾਉਣਾ ਹੈ, ਮੈਂ ਆਪਣੇ ਦੇਸ਼ ਵਾਸਤੇ ਟੈਕਸ ਕਟਾਣਾ ਹਾਂ, ਪੰਜਾਬ ਵਾਸਤੇ ਕੋਈ ਟੈਕਸ ਕਟਾ ਰਿਹਾ। ਇਹ ਹੈ ਤੁਹਾਡੇ ਦੇਸ਼ ਦੀ ਤੇ ਸਟੇਟ ਦੀ ਤੇ ਪਰਿਵਾਰ ਦੀ ਸੇਵਾ। ਹੁਣ ਤੁਸੀਂ ਕਦੇ ਸੋਚੋ ਕਿ ਮੈਂ ਸਿੱਖ ਕੌਮ ਵਾਸਤੇ ਸਿੱਖਾਂ ਦੇ ਘਰ ਜੰਮ ਕੇ ਕੀ ਕਰਦਾ, ਵੀ ਇਹ ਕੌਮ ਮੁੱਕ ਜਾਣੀ ਚਾਹੀਦੀ ਕਿ ਅੱਗੇ ਵਧਣੀ ਚਾਹੀਦੀ? ਜੇ ਅੱਗੇ ਵਧਣੀ ਚਾਹੀਦੀ ਤਾਂ ਮੇਰੀ ਕੀ ਜ਼ਿੰਮੇਵਾਰੀ ਹੈ? ਮੈਂ ਆਪਣੀ ਜ਼ਿੰਮੇਵਾਰੀ ਪੂਰੀ ਕਰਾਂ, ਮੈਂ ਦੂਜਿਆਂ ਨੂੰ ਨਾ ਕੁਝ ਵੀ ਕਵਾਂ। ਕੱਲਾ ਕੱਲਾ ਬੰਦਾ ਇਸ ਗੱਲ ਨੂੰ ਫੋਲੋ ਕਰੋ। ਔਰ ਅੱਗੇ ਇੱਕ ਕਾਨੂੰਨ ਹੁੰਦਾ ਕਿ ਜਿਹੜਾ ਬੰਦਾ ਸਿੱਖ ਨਹੀਂ ਬਣਦਾ, ਉਹ ਸਾਨੂੰ ਰਹਿਤ ਮਰਿਆਦਾ 'ਚ ਦਿੱਤਾ ਹੋਇਆ, ਕੁੜੀ ਮਾਰ, ਨੜੀ ਮਾਰ, ਸਿਰ ਗੁੰਮਣਾ, ਰੋਟੀ ਬੇਟੀ ਦੀ ਸਾਂਝ ਨਹੀਂ ਪਾਣੀ। ਜਿਹੜਾ ਆਂਦਾ ਵੀ ਮੈਂ ਨਹੀਂ ਸਿੱਖ ਬਣਨਾ, ਉਹਨੂੰ ਕੁੜੀ ਨਹੀਂ ਦੇਣੀ, ਉਹਦੇ ਘਰ ਮਹਾਰਾਜ ਦਾ ਪਾਠ ਨਹੀਂ ਖੋਲਣਾ, ਉਹਦੇ ਘਰ ਅਸੀਂ ਕਦੇ ਰੋਟੀ ਤੇ ਨਹੀਂ ਜਾਣਾ, ਉਹਨੂੰ ਆਪਣੇ ਘਰ ਰੋਟੀ ਤੇ ਨਹੀਂ ਸੱਦਣਾ। ਇੰਨੀ ਕੁ ਸਜ਼ਾ ਹੋ ਰਹੀ ਸੀ, ਉਹਨੂੰ ਕੋਈ ਗਾਲ ਨਹੀਂ ਕੱਢਣੀ, ਕੋਈ ਐਸੀ ਕੋਈ ਉਹਦੇ ਬੇਅਦਬੀ ਨਹੀਂ ਕਰਨੀ, ਸਿਰਫ ਉਹਨੂੰ ਸਮਾਜਿਕ ਬਾਈਕਾਟ ਕਰ ਦੇਣਾ ਵੀ ਮਿੱਤਰਾ ਜੇ ਤੈਨੂੰ ਗੁਰੂ ਨਾਨਕ ਦਾ ਮਿਸ਼ਨ ਨਹੀਂ ਚੰਗਾ ਲੱਗਦਾ ਤੂੰ ਈਸਾਈ ਬਣ ਜਾ। ਉੱਥੇ ਆ ਹੁਣ ਕੱਲ ਵੀ ਮੈਂ ਇੱਕ ਥਾਂ ਤੇ ਜਾ ਕੇ ਆਇਆ, ਉੱਥੇ ਵੀ ਇੱਕ ਬੰਦੇ ਨਾਲ ਜਾ ਕੇ 1 ਕਿੱਲਾ ਉਹਨਾਂ ਨੂੰ ਦੇ ਦਿੱਤਾ ਚਰਚ ਵਾਸਤੇ, ਤੇ ਉਹਨੇ ਲਾਰਾ ਕੀ ਲਾਇਆ ਸੀ ਵੀ ਤੁਸੀਂ ਸਾਰਾ ਟੱਬਰ ਠੀਕ ਹੋ ਜਾਓਗੇ। ਉਹ ਤੋਂ ਬਾਅਦ ਹੋਰ ਕੀ ਕਿਹਾ ਵੀ ਇੱਕ ਜੇ ਤੁਸੀਂ ਥੋੜੀ ਜਿਹੀ ਦਾਨ ਕਰ ਦੋ ਜ਼ਮੀਨ, ਫਿਰ ਤੁਹਾਨੂੰ ਬਾਹਰ ਵੀ ਲੈ ਕੇ ਜਾਵਾਂਗੇ। ਆ ਇੰਨੇ ਲਾਲਚੀ ਸਿੱਖੋ ਤੁਸੀਂ। ਹੁਣ ਕੀ ਕੀਤਾ, ਉਹਨੇ ਆ ਕੇ ਬਗਲਾ ਚ ਆ ਕੇ 1 ਕਿੱਲਾ ਉਹਨਾਂ ਨੂੰ ਦਾਨ ਕਰ ਦਿੱਤਾ। ਜਦੋਂ ਦਾਨ ਕਰ ਦਿੱਤਾ ਉਹਨੇ ਗਿਰਜਾ ਗੁਰਜਾ ਖੜਾ ਕਰ ਲਿਆ। ਉੱਥੋਂ ਕੋਈ ਮਾੜੀ ਮੋਟੀ ਜਿਹੜੀ ਪਿੰਡ ਦੀ ਇੱਥੋਂ ਦੀ ਛੋਟੀ ਮੋਟੀ ਕੁੜੀ, ਉਹ ਉਸ ਕਮਿਊਨਿਟੀ ਚੋਂ ਈਸਾਈਆਂ ਚੋਂ, ਉਹ ਉਹਦੇ ਲੜ ਲਾਤੀ। ਉਹ ਆਂਦਾ ਵੀ ਮੈਨੂੰ ਤਾਂ ਬਾਹਰ ਖੜਦੇ ਆ, ਤੇ ਕਿਸੇ ਨਾ ਅੱਜ ਤੱਕ ਉਹਨੂੰ ਬਾਹਰ ਨਹੀਂ ਖੜਿਆ, ਤੇ ਬਿਮਾਰ ਅੱਗੇ ਨਾਲੋਂ ਵੀ ਜ਼ਿਆਦਾ ਹੋਏ ਹੈ। ਹੁਣ ਉੱਥੇ ਕੀ ਸਿੱਖਾਂ ਨੇ ਕਰਨਾ ਸੀ? ਤੁਹਾਡੇ ਏਰੀਏ 'ਚ ਵੀ ਇਹਨਾਂ ਦਾ ਬੜਾ ਜ਼ੋਰ ਹੁੰਦਾ ਜਾ ਰਿਹਾ। ਜਿਹੜਾ ਵੀ ਬੰਦਾ ਤੁਹਾਡੇ ਚੋਂ ਕਨਵਰਟ ਹੋ ਕੇ ਧਰਮ ਨੂੰ ਬਦਲਦਾ, ਭਾਵ ਆਉਂਦਾ ਈਸਾਈ ਧਰਮ, ਤੁਸੀਂ ਬਦਲ ਸਕਦੇ ਆ, ਤੁਹਾਨੂੰ ਸੰਵਿਧਾਨਕ ਹੱਕ ਹੈ ਭਾਰਤ ਵਿੱਚ ਰਹਿ ਕੇ, ਕੋਈ ਵੀ ਬੰਦਾ ਆਪਣੇ ਧਰਮ ਨੂੰ ਤਬਦੀਲ ਕਰ ਸਕਦਾ। ਪਰ ਇਹ ਨਹੀਂ ਹੈ ਵੀ ਜੇ ਧਰਮ ਨੂੰ ਤਬਦੀਲ ਕਰ ਦਿੱਤਾ ਤੁਹਾਡੇ 'ਚ ਕਿਸੇ ਬੰਦੇ ਨਾਲ, ਕੋਈ ਹਿੰਦੂ ਸਮਾਜ 'ਚ ਰਲ ਗਿਆ, ਕੋਈ ਮੁਸਲਮਾਨ ਬਣ ਗਿਆ, ਕੋਈ ਈਸਾਈ ਬਣ ਗਿਆ, ਉਹਨੂੰ ਤੁਸੀਂ ਹੁਣ ਕੁੜੀ ਦੇ ਦਿਓ ਜਾਂ ਉਹਨੂੰ ਆਪਣੇ ਘਰ ਸੱਦ ਲਓ ਜਾਂ ਉਹਦੇ ਘਰ ਚਲੇ ਜਾਓ। ਆਹ ਚੀਜ਼ਾਂ ਪੱਕੀਆਂ ਹੋਣੀਆਂ, ਸਾਰੇ ਰਿਸ਼ਤੇਦਾਰ ਉਹਦਾ ਬਾਈਕਾਟ ਕਰਨਗੇ ਵੀ ਅੱਜ ਤੋਂ ਬਾਅਦ ਤੂੰ ਸਾਡਾ ਕੁਝ ਨਹੀਂ ਲੱਗਦਾ, ਉਧਰੇ ਆਪਣਾ ਮਾਮਾ ਬਣਾ, ਉੱਥੇ ਆਪਣਾ ਬਣਾ ਮਾਸੜ, ਉਹਨਾਂ ਨਾਲੇ ਮਿਲ ਵਰਤ ਜਿੱਦਾਂ ਹੋਗਾ ਨਾ, ਉਹਨਾਂ ਨੂੰ ਕੁੜੀਆਂ ਦੇ ਤੇ ਉਹਨਾਂ ਦੀਆਂ ਕੁੜੀਆਂ ਲੈ, ਸਾਡੇ ਨਾਲ ਤੇਰਾ ਕੋਈ ਰਿਸ਼ਤਾ ਨਹੀਂ। ਇੰਨੀ ਕੁ ਸਜ਼ਾ ਹੁੰਦੀ ਹੈ। ਅਗਲੇ ਆ ਜਾਏ ਵੀ ਮੈਂ ਇਕੱਲੇ ਕਿਤੇ ਨੂੰ ਤੁਰਿਆ ਮੂੰਹ ਚੁੱਕ ਕੇ, ਕੱਲ ਨੂੰ ਮੇਰੀ ਮਾਮੀ ਕੀ ਕਹੂਗੀ, ਉਹਨਾਂ ਦੀ ਔਲਾਦ ਕੀ ਕਹੂਗੀ, ਕੀ ਇਹ ਮੈਨੂੰ ਮੌਤ ਤੋਂ ਬਚਾ ਲੈਣਗੇ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਤੇ ਗੱਲ ਕੀਤੀ ਗਈ ਵੀ ਤੂੰ ਇਸਲਾਮ ਕਬੂਲ ਕਰ ਲੈ, ਆਂਦੇ ਕਰ ਲੈਨੇ ਆ, ਇੱਕ ਗੱਲ ਦੱਸੋ ਕਿ ਜੇ ਇਸਲਾਮ ਕਬੂਲ ਕਰ ਲਿਆ ਫਿਰ ਮੌਤ ਨਹੀਂ ਆਏਗੀ? ਆਂਦਾ ਮੌਤ ਤਾਂ ਆਏਗੀ।
ਕਹਿੰਦਾ ਫਿਰ ਜੇ ਆਏਗੀ ਤੇ ਮੇਰੇ ਧਰਮ ਵਿੱਚ ਆ ਜੇ, ਇਹ ਤਾਂ ਬਹੁਤ ਵਧੀਆ ਹੈ, ਅਸੀਂ ਤਾਂ ਸਰਬੱਤ ਦਾ ਭਲਾ ਮੰਗਦੇ ਆ। ਉਹ ਜੇ ਮੌਤ ਆਣੀ ਹੈ, ਈਸਾਈ ਬਣ ਕੇ ਵੀ ਆਣੀ ਹੈ, ਹਿੰਦੂ ਬਣ ਕੇ ਵੀ ਆਣੀ ਹੈ, ਸਿੱਖ ਦੇ ਘਰ ਜੰਮ ਕੇ ਸਿੱਖ ਬਣ ਕੇ ਜਾਂ ਨਾ ਬਣੋਗੇ ਤਾਂ ਵੀ ਮੌਤ ਆਣੀ ਹੈ, ਜ਼ਰੂਰ ਆਣੀ ਹੈ, ਭਿਆਨਕ ਸ਼ਕਲ ਲੈ ਕੇ ਆਣੀ ਹੈ। ਜਿੱਦਾਂ ਉਹ ਬਿੱਲੀ ਆਪਣੇ ਬੱਚਿਆਂ ਨੂੰ ਚੁੱਕੂਗੀ, ਉਹਦੀਆਂ ਦੰਦ ਦਾੜਾਂ ਨੇ ਮੂੰਹ 'ਚ ਪਾ ਕੇ ਸੱਤੀ ਘਰੀ ਲੈ ਕੇ ਫਿਰੂਗੀ। ਉਹ ਬਿੱਲੀ ਜਦੋਂ ਚੂਹਾ ਸਾਹਮਣੇ ਆਏਗਾ ਉਹਦੀਆਂ ਬੜਾਛਾਂ ਪਾੜ ਦੇਗੀ। ਇਹ ਮੌਤ ਗੁਰਸਿੱਖਾਂ ਨੂੰ ਉਹ ਬਿੱਲੀ ਆਪਣੇ ਬੱਚਿਆਂ ਵਾਂਗੂ ਚੁੱਕ ਕੇ ਲੈ ਕੇ ਜਾਏਗੀ ਤੇ ਉਹ ਚੂਹੇ ਵਾਂਗੂ ਮਨਮੁਖਾਂ ਦੀ ਅੰਤਰ ਬੁਰੀ ਹਾਲਤ ਕਰੇਗੀ। ਇਸ ਕਰਕੇ ਇਹ ਤੋਂ ਬਾਅਦ ਅਗਲਾ ਪ੍ਰਲੋਕ ਦਾ ਸਫ਼ਰ ਹੈ। ਸੋ ਮੇਰੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ। ਥੋੜਾ ਚਿਰ ਕੀਰਤਨ ਹਜੇ ਹੋਰ ਚੱਲਣਾ। ਹੱਥ ਜੋੜ ਕੇ ਇਹੋ ਬੇਨਤੀ ਹੁੰਦੀ ਹੈ ਵੀ ਆਪਣੇ ਸਿੱਖ ਕੌਮ ਵਾਸਤੇ ਯਤਨਸ਼ੀਲ ਸਾਰੇ ਮੁੰਡੇ ਹੋ, ਔਰ ਇਹ ਮੁੰਡੇ ਪਿੰਡ 'ਚ ਇਕੱਠੇ ਹੋ ਕੇ ਨਸ਼ਾ ਕਿਵੇਂ ਖਤਮ ਕਰਨਾ, ਇਹ ਤੁਹਾਡੀ ਪਾਲਿਸੀ ਬਣਨੀ ਚਾਹੀਦੀ ਹੈ। ਇਹ ਸਰਕਾਰਾਂ ਨਾਲ ਤੁਹਾਨੂੰ ਕੱਖ ਨਹੀਂ ਦੇਣਾ, ਨਾ ਇਹਨੀ ਬਹੁਤਾ ਕੁਛ ਕਰਨਾ। ਇਹ ਤੁਹਾਨੂੰ ਉਹ ਕਹਿੰਦੇ ਹੁੰਦੇ ਸਬਜ਼ ਬਾਗ ਇਹ ਦਿਖਾ ਲੈਣੇ ਹੁੰਦੇ ਬਹੁਤੇ। ਸਾਨੂੰ ਹੁਕਮ ਹੈ ਗੁਰੂ ਦਾ ਕਿ ਆਪਣ ਹੱਥੀਂ ਆਪਣਾ ਆਪੇ ਹੀ ਸਾਨੂੰ ਕਾਜ ਸਵਾਰਨੇ ਪੈਣੇ, ਸਾਡਾ ਕਿਸੇ ਨੇ ਕੰਮ ਨਹੀਂ ਕਰਨਾ। ਉਹ ਬੰਦਾ ਨਕਾਰਾ ਹੈ ਜਿਹੜਾ ਕਿਸੇ ਤੇ ਡਿਪੈਂਡ ਕਰਦਾ ਵੀ ਮੇਰਾ ਕੰਮ ਫਲਾਨਾ ਕਰੂਗਾ। ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ। ਉਹ ਕੋਈ ਬਾਬਾ ਤੁਹਾਨੂੰ ਬੱਚਾ ਨਹੀਂ ਦੇਗਾ, ਕੋਈ ਬਾਬਾ ਤੁਹਾਨੂੰ ਪੈਸੇ ਨਹੀਂ ਭੇਜੇਗਾ, ਕੋਈ ਬਾਬਾ ਤੁਹਾਡਾ ਕੰਮ ਨਹੀਂ ਕਰੇਗਾ। ਇਹ ਸਿਰਫ ਚੰਗਾ ਬੰਦਾ ਤੁਹਾਨੂੰ ਚੰਗੀਆਂ ਗੱਲਾਂ ਕਹੇਗਾ, ਤੁਸੀਂ ਮੰਨੋ ਜਾਂ ਨਾ ਮੰਨੋ। ਪਰ ਚੰਗੇ ਬਚਨ ਸਭ ਤੋਂ ਮਲੀਕ ਲਾਲ ਰਤਨ ਹੈਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਦਰਜ ਹੋਏ ਨੇ, ਹਰ ਕੈਟੇਗਰੀ ਦੇ ਦਰਜ ਹੋਏ ਨੇ। ਇਹ ਤੋਂ ਚੰਗੇ ਹੋਰ ਬਚਨ ਕਿਤੇ ਵੀ ਨਹੀਂ ਹੋ ਸਕਦੇ। ਇਸ ਕਰਕੇ ਜਾਗੋ, ਪਿੰਡਾਂ ਦੇ ਗੁਰਦੁਆਰਿਆਂ 'ਚ ਸਵੇਰੇ ਇਕੱਠੇ ਹੋ, ਸ਼ਾਮ ਨੂੰ ਇਕੱਠੇ ਹੋ, ਇੱਕ ਦੂਜੇ ਦੀ ਵਿਰੋਧਤਾ ਬੰਦ ਕਰ ਦਿਓ ਤੇ ਪਿੰਡਾਂ ਵਿੱਚ ਲੜਕੀਆਂ ਦੇ ਆਨੰਦ ਕਾਰਜ ਗੁਰਦੁਆਰੇ 'ਚ ਕਰੋ ਤੇ ਉੱਥੋਂ ਲੰਗਰ ਹਾਲ 'ਚੋਂ ਭੁੰਜੇ ਬਹਿ ਕੇ ਲੰਗਰ ਛਕ ਕੇ ਆਪਣੀ ਧੀ ਨੂੰ ਤੋਰੋ। ਇੱਦਾਂ ਕੁੜੀ ਲੈ ਕੇ ਆਵਾਂਗੇ, ਇੱਦਾਂ ਤੋਰਾਂਗੇ। ਜੇ ਕੋਈ ਚਾਰ ਬੰਦੇ ਅਮੀਰ ਹੈ ਉਹ ਸਾਡੇ ਨਾਲ ਨਹੀਂ ਰਲਣਾ ਚਾਹੁੰਦੇ ਤੇ ਅਸੀਂ ਉਹਨਾਂ ਨੂੰ ਨਹੀਂ ਕੁਝ ਵੀ ਕਹਿੰਦੇ, ਉਹ ਜਿੱਦਾਂ ਮਰਜ਼ੀ ਕਰਦੇ ਰਹਿਣ, ਪਰ ਸਾਡਾ ਉਹਨਾਂ ਨਾਲ ਇਸ ਗੱਲ 'ਚ ਕੋਈ ਸੰਬੰਧਤ ਨਹੀਂ ਹੈ। ਅਸੀਂ ਸਿੱਖ ਹਾਂ, ਗੁਰੂ ਕੇ ਨਿਮਾਣੇ, ਗਰੀਬ ਨਵਾਜ਼ ਸਤਿਗੁਰੂ ਦੇ। ਇਸੇ ਤਰੀਕੇ ਨਾਲ ਆਪਣੇ ਪਿੰਡ ਦੀ ਗੋਲਕ ਵਿੱਚ ਪੈਸਾ ਪਾਓ, ਚੰਗਾ ਗ੍ਰੰਥੀ ਸਿੰਘ ਰੱਖੋ। ਜੇ ਕਿਸੇ ਸਿੱਖ ਨੇ ਸੇਵਾ ਨਿਭਾਣੀ ਗੁਰੂ ਘਰ ਦੀ ਤਾਂ ਤਗੜਾ ਹੋ ਕੇ ਸਿੱਖੀ 'ਚ ਪਰਪੱਕ ਹੋ ਕੇ ਸਮਰਪਿਤ ਹੋ ਜਾਏ ਗੁਰੂ ਗ੍ਰੰਥ ਸਾਹਿਬ ਨੂੰ। ਉੱਥੇ ਡੇਰੇ ਲਾ ਲੇ ਦਿਨੇ ਰਾਤ, ਉੱਥੇ ਭਗਤੀ ਕਰੀ ਜਾਏ, ਉੱਥੇ ਗੁਰੂ ਦੀ ਸੇਵਾ ਕਰੀ ਜਾਏ ਤੇ ਗੁਰੂ ਦੀ ਸੇਵਾ ਕਦੇ ਵੀ ਬਿਰਥੀ ਇੱਕ ਤਿਲ ਨਹੀਂ ਭੰਨੇ ਘਾਲ। ਇੱਕ ਤਿਲ ਜਿੰਨੀ ਵੀ ਗੁਰੂ ਘਾਲ ਨਹੀਂ ਭੰਨੇਗਾ। ਕਰਕੇ ਦੇਖ ਲੋ, ਉਹ ਸੇਵਾ ਕਰਕੇ ਦੇਖ ਲੋ। ਸੇਵਾ ਕਈ ਭਾਂਤ ਦੀ ਹੁੰਦੀ ਹੈ। ਅਗਲੀ ਬੇਨਤੀ ਹੈ ਕਿ ਜਿਹੜੇ ਬਜ਼ੁਰਗ ਚੜ੍ਹਾਈ ਕਰਦੇ ਨੇ ਉਹਨਾਂ ਦਾ ਪਾਠ ਘਰੇ ਪੜ੍ਹ ਕੇ ਉਹ ਵੀ ਗੁਰਦੁਆਰੇ ਵਿੱਚ ਇਹ ਕੀਰਤਨ ਕਰਨਾ ਹੈ। ਉੱਥੋਂ ਦੀ ਬਿਲਡਿੰਗ ਵਰਤੋ, ਉੱਥੋਂ ਦਾ ਲੰਗਰ ਹਾਲ ਵਰਤੋ, ਉੱਥੋਂ ਦੇ ਭਾਂਡੇ ਵਰਤੋ। ਪਿੰਡ ਦੇ ਮੁੰਡਿਆਂ ਨੂੰ ਲੰਗਰ ਤਿਆਰ ਕਰਨ ਦੀ ਤਕਨੀਕ ਦਿਓ। ਉਹ ਪਿੰਡ ਦਾ ਪੈਸਾ ਪਿੰਡ ਵਿੱਚ ਰਹਿ ਜਾਏ, ਉਹ ਪੈਸਾ ਜਿਹੜਾ ਅਸੀਂ ਕਿਸੇ ਬਾਹਰ ਨੂੰ ਦੇਣਾ ਉਹ ਪਿੰਡ ਵਿੱਚ ਦਿੱਤਾ ਜਾਏ। ਪਿੰਡ ਦੇ ਗੁਰਦੁਆਰੇ 'ਚ ਚੰਗੀ ਸਾਊਂਡ ਦਾ ਇੰਤਜ਼ਾਮ ਰੱਖੋ। ਪਿੰਡ ਦੇ ਗੁਰਦੁਆਰੇ ਵਿੱਚ ਚੰਗੀ ਇੱਕ ਮੈਨੇਜਮੈਂਟ ਕਮੇਟੀ ਜਿਹੜੀ ਹੈ, ਸੇਵਾਦਾਰ ਕਮੇਟੀ ਤਿਆਰ ਕਰਨੀ ਹੈ। ਉਹਦਾ 'ਚ ਰਹਿਤ ਵਹਿਤ ਵਾਲੇ ਸਾਰੇ ਬੰਦੇ ਕੌਮੀ ਪਿਆਰ ਵਾਲੇ ਖੜੇ ਹੋ, ਉਹਨਾਂ 'ਚ ਨਿਮਰਤਾ ਵੀ ਹੋਣੀ ਚਾਹੀਦੀ ਹੈ। ਕਈ ਵਾਰ ਰਹਿਤ ਵਿੱਚ ਆ ਕੇ ਹੰਕਾਰ ਆ ਜਾਂਦਾ। ਇਹ ਹੰਕਾਰ ਸਾਡਾ ਹਰ ਪਾਸਿਓਂ ਸਾਨੂੰ ਪੌੜਾ ਪਾ ਕੇ ਰੱਖਦਾ। ਇਸ ਕਰਕੇ ਨਿਮਰਤਾ ਬਹੁਤ ਗੁਰੂ ਘਰ ਦੀ ਉੱਚੀ ਚੀਜ਼ ਹੈ, ਇਹ ਵੀ ਤੁਹਾਡੇ ਵਿੱਚ ਰਹਿਣੀ ਚਾਹੀਦੀ ਹੈ। ਇਹਦੇ ਨਾਲ ਨਾਲ ਗੋਲਕ ਦਾ ਪੈਸਾ ਆਪਣੇ ਪਿੰਡ ਵਿੱਚ ਹੀ ਜਿਹੜੇ ਲੋੜ ਬੰਦੇ ਨੇ, ਕੋਈ ਹਿੰਦੂ, ਮੁਸਲਮਾਨ, ਈਸਾਈ, ਕੋਈ ਗਰੀਬ ਬੈਠਾ, ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਣਾਉਣਾ ਕਰੋ। ਜੇ ਕਿਸੇ ਬਾਬਾ ਜੀ ਕੋਲ ਜ਼ਰੂਰ ਜਾਣਾ, ਉਹਨੂੰ ਪੈਸੇ ਲੈ ਕੇ ਨਾ ਜਾਓ। ਜਿਹੜਾ ਅਸਲੀ ਬਾਬਾ ਹੈ ਉਹ ਮਾਇਆ ਤੋਂ ਵਿੱਚ ਰਹਿੰਦਾ ਹੋਇਆ ਨਿਰਲੇਪ ਹੁੰਦਾ, ਪਰ ਉਹਨੂੰ ਲੋੜ ਨਹੀਂ ਹੈ। ਪਹਿਲਾਂ ਕਿਸੇ ਕੋਲ ਲਊਗਾ, ਫਿਰ ਕਿਸੇ ਨੂੰ ਦਊਗਾ। ਪਰਾਂ ਦਾ ਲੈਣ ਦੇਣ ਪਰਾਂ ਕਰਦੇ ਰਹੋ ਦੁਨੀਆ ਦਾ, ਤੇ ਉਹਦਾ ਨਾਮ ਜਪੂਗਾ। ਜਦੋਂ ਤੁਸੀਂ ਉਹਨੂੰ ਮਾਇਆ ਦੇਣ ਲੱਗ ਪੈਂਦੇ, ਉਹਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਕੱਚੇ ਪਿੱਲੇ ਦੀ ਅੱਗੇ ਕੱਚਾ ਪਿੱਲਾ ਹੁੰਦਾ, ਉਹ ਬਾਬੇ ਮਾਇਆ ਕਰਕੇ ਬਣਿਆ ਹੁੰਦਾ। ਗੁਰੂ ਪਾਤਸ਼ਾਹ ਦੀ ਤਮੰਨਾ ਪੂਰੀ ਕਰਦੇ ਹੋਣਗੇ, ਮੈਨੂੰ ਨਹੀਂ ਪਤਾ। ਤੇ ਆਪਣੇ ਗੁਰਦੁਆਰੇ ਸਵੇਰੇ ਬੈਠੋ, ਗੁਰਦੁਆਰੇ ਸ਼ਾਮ ਨੂੰ ਬੈਠੋ, ਤਾਂ ਕਿ ਤੁਹਾਡੇ ਜਾਣ ਦਾ ਕੋਈ ਪੈਸਾ ਨਾ ਇੱਧਰ ਉੱਧਰ ਲੱਗੇ। ਕੁਝ ਬੰਦੇ ਸਾਡੇ ਕੋਲ ਵੀ ਤੁਰੇ ਹੁੰਦੇ ਆ। ਚਲੋ ਆ ਕੀਰਤਨ ਸਮਾਗਮ ਹੈ, ਇੱਥੇ ਤੁਸੀਂ ਬਾੜਾ ਮਾਟਾ ਲਾਗਲੇ ਹਿੱਸੇ ਜਿਹੜਾ ਉਹ, ਤਾਂ ਕਿ ਤੁਹਾਡਾ ਹਰ ਪੈਸਾ ਜਿਹੜਾ ਇੱਕ ਵੀ ਤੁਹਾਡੀ ਜੇਬ ਚੋਂ ਨਿਕਲੇ ਉਹ ਸੋਚ ਸਮਝ ਕੇ ਨਿਕਲੇ। ਪੈਣ ਦਾ ਰਸਤਾ, ਪੈਸੇ ਆਉਣ ਦਾ ਰਾਹ ਇੱਕ ਤੇ ਜਾਣ ਦੇ ਰਾਹ 100 ਤੋਂ ਵੱਧ ਹੋ ਗਏ ਤੁਹਾਡੇ।
फिर तुसीं मोटरसाइकिलों ते मुंडे चढ़े होंदे, कोई डॉकूमेंट्स नहीं पूरे होंदे, उदां ही धक्या होंदा, छोटा जिहा नियाणा भी मोटरसाइकिल चलाउण लग पिया वा। और कानून बनते ने इन्हां दी सेवा पालना करने वास्ते। इस करके इन्नियां बेनतियां करो प्रवान, सारियां धीआं भैणां अपने धर्म नूं चंगे तरीके नाल फॉलो करो, सिख रहत मर्यादा तो जाणू हो, इनू लागू करिए, फिर गुरु नानक दी रहमत होनी है। सारे दुनिया विच ये नवां युग शुरू हो जाना जदों तुसीं शुरू करना अपनी सोच अनुसार। मेरे वास्ते सारी दुनिया साफ हो गई है जे मेरा अंदरला साफ हो गया, ते जे अंदरला साफ नहीं होया तो मेरे वास्ते दुनिया कोई भी चीज, मेरी एक अंदर दी दुनिया, एक बाहर दी दुनिया। बाहर दी दुनिया की उन्नी अहमियत नहीं है जिन्नी मेरी अंदर दी दुनिया की अहमियत। मेरी अंदरली दुनिया बड़ी साफ सुथरी होनी चाहिए है। इस करके प्यारिओ, गुरु पातशाह रहमत करन साडे नगरां बोल बाला दा सिੱਖੀ ਦਾ ਬਣਿਆ रहे। ਅਸੀਂ ਹਿੰਦੂਆਂ ਨੂੰ ਸਤਿਕਾਰ ਕਰਾਂਗੇ, मुसलमाना सही सच्चा मुसलमान होए, सच्चा ईसाई होए, फिर अगे मुड़ के सानू धरती तो डिसकनैक्ट होवांगे। सच्चा जिहड़ा सिख है वो केवल श्री गुरु ग्रंथ साहब का सिख होए। जे तुसी किसी भी ठेके ते ना जाओ तो ठेके बंद हो जाणगे। जे तुसी किसी भी बाबे कोल पैसे ना चढ़ाओ तो पक्की गल है बाबे का जिहड़ा डेरा वो भी बंद हो जाएगा। हुण समझ आ जाएगी, गुरु नानक की गल का पता लग गया भी किरत करनी है, घाल खाए किस हथों दे नानक रा पछाणे से। ये नहीं भी किसी की रोटी वाल देख के ला लो ना, सारी जिंदगी किले घड़े। गुरु नानक साहब ने 17 साल वाही की। गुरु भगत रविदास जी ने सारी जिंदगी जुतियां गंढियां। भगत कबीर जी ने ताने पेटे का पूरा ठोक के काम किया। नामदेव ने छवाई का काम किया। उन्होंने कह भी दिता तरलोचन नूं कि हाथ पाँव कर काम सब चीत निरंजन नाल, मैं चित लाया उहदे नाल, हथ पैर रब ने कर्म इंद्रे दित्ती दे नाल मैं काम करदा। तुहाडे कोल किसी चीज़ की घाट नहीं है। जिन्हां कोल एडा वड्डा श्री गुरु ग्रंथ साहब होए, जिन्हां विच इन्ना वड्डा विरसा होए, पिछोकड़ जिथे कुरबानियां दा लैन लगी होए, मुट्ठी भर सिखां विचों दुनिया दंग रह गई। पीना च पता नहीं की स्पिट भर दी है खंडे की पौड़ ने। अज वो पौड़ की थानू लोड़ है, इनू चुको ते आपां सारियां दा भला मंगदे होए अपने बच्चों नू अच्छे पासे लैके जाइए। पढ़ाई च लाई करके बच्चों नू बाहर जाण तो थोड़ा संकोच कर दे। पंजाब विच मेरे नौजवान जां कुड़ियां जज लगन दा यतन करन, इत्थे DC लगन दा यतन करो, इत्थे लैक्चर लगन दा यतन करो, प्रिंसीपल डीन बड़ियां पोस्टां ने साडे कोल पंजाब विच। ये भर लो, फिर ਜਿਹੜੇ रह जाएंगे फिर देखांगे भी कित्थे नूं भेजणे कित्थे नहीं भेजणे। वो तुसीं सारे चुकी जाणदे हो। केरला तो बंदे आके पंजाब च लगण डे ने, बिहार दे बंदे पंजाब च आके नौकरियां सीटां लैण डे। मैनूं कोई दोष नहीं, भारत है सारा साझा है, पर असीं कश्मीर च कोई भी जाके नौकरी नहीं कर सकते। हुण ही नहीं वो साझा किया होया ते पहला अपने पंजाब दीयां पोस्टां चंगियां भरो ताकि तुहाडे च पंजाबीयत उबल उबल के बाहर नूं निकले भी जिथे मैं पंजाबी हाँ उत्थे मैं पंजाब दी सारी सेवा भी तनो मनो होके करनी है। इस करके हायर एजुकेशन लो ते नाल नाल मिशन दे विच धारण होके लोकां नूं जगांदे जाओ, जोत जगांदे चलो, रल के तुरदे रहो, नाल लैके चलो, सारियां दा साथ सारियां दे रल के चलो। तो गुरु पातशाह खुशियां दे ढेर लाणगे। वो कहणगे कि खावें खर्चें रल मिल भाई दे, रल मिल की गल की है। खुआर होए सब मिलेंगे की गल की है। क्या है कि अमृत नाम निधान है मिल पीवो भाई, मिल के चलो। कल्ले बंदे की सुरती नहीं लगेगी। जदों असीं संगत विच बैठांगे फिर साडी सुरती बहुत हिस्से जिहड़ी काबू हो जाएगी। इस करके गुरु पातशाह ने सानू 2 टाइम की संगत का हदायत दिता ते पक्का कह दिता, एक थां कह दिता जो सतगुर सारण संगत नहीं आए ते रिग जीव है, ते रिग जीव है। उन्हां दा जो जी ले अज तक फिटकार है, ते जिहड़ा होर जीण दे मैं 20 साल ना मरा वो भी फिटो मूँह है जे संगत विच नहीं आया। ते दूजे पासे कहणगे कि मेरे माधो जी सत संगत मिले सो तरिया। सत्संग विचों तुहानूं चंगे गुणां की प्राप्ति हो सकती है। जिवें तुसीं कितों गन्ना लैना वो किसी कमाद चों मिल सकदा, तुसीं कोई करियाना लैना वो करियाने की दुकान तो मिलूगा। जे तुसीं विरसे तो धर्म की गल सोचनी है ये किसी दुकान ते नहीं मिलेगी। इसकी साथ साथ भी सच्ची हट्टी है, इत्थे बैठना, पर इत्थे कां नहीं बैठते,
ये हंसां दी दुकान है। कां बहुत हो गए ने ते हंस विरले विरले रह गए ने, पर कोई नहीं, नस्ल किसी की मुकनी नहीं है। तुसीं प्यारिओ गुरु घर चों हंस बन दा यतन करिए, मान सरोवरां ते संगतां 'च बैठिए। इन्नियां बेनतियां करदियां होयां मेरे किसी भरा नूं, मेरी किसी भैन नूं, मेरे किसी बजुर्ग नूं मेरी किसी गल तो बड़ा तंगी लगी होए, तो मैं दोए हथ जोड़ के नवाणा जे आप जी का दास आप जी के जोड़ियां च खलो के आप जी दुख मंदा जाचक है। इक्को सोच है भी गुरु पातशाह की कौम दिन दुगनी रात चौगनी तरक्की करे, उहदे च कला कला बंदा अपना योगदान पा के अगे लैके चलीए। अज तक असीं बथेरा सौ ले हैं, बथेरे पुठे काम कर ले हैं, हुण थोड़ा चिर जिंदगी का चंगे पासे तुर के देखिए, शायद गुरु पातशाह साडे ते रहम जरूर करनगे, जरूर करनगे, वो बख्शणहार ने। इस करके गुरु प्यारिओ पिछले गुनाह बख्शा के अगे तो गुरु दे लड़ लग के भाई नंद लाल जी के बचनों की करिए पालना कि पिछे जो बीती सो बीती, आगे समझ चलो नंद लाला, अगले समय नूं संभालो, पिछला लंघ गया नूं ना याद करो। ते ये सन बेनतियां, जे हो गई गलतियां ते खिमा करते हुए बार बार मैं माफ़ी मंगदा आप जी के जोड़ियां मन करके। आप जी जरूर बख्श करोगे दास नूं, ते हुण रसना करो पवित्र ते फतेह दी करो सांझ। वाहिगुरू जी का खालसा, वाहिगुरू जी की फतेह। थोड़ी देर होर बैठ लेना। एक बहुत ही अच्छा सच्चा बेड़ा गुरु का लाल कीर्तनिया है, उन्हों का हौसला ढांदा जदों तुसीं उठ के तुर जाने ते वो आप जी नाल हुण कीर्तन की सांझ पाएगा। वाहिगुरू जी का खालसा।